ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। पार्टी साहब वाहिगुरु जी का खालसा वाहिगुरु जी की फतेह। स्वागत है तुहाडा जी आयां नूं। वाहिगुरु जी का खालसा वाहिगुरु जी की फतेह जी। लो भी दोस्तों, नंबर रहेगा 905 813 1320 905 813 कहते सुच्चा सिंह लंगाह नूं कोई क्लीन चिट मिली है, ਉਹਦੀ ਗੱਲ ਕਰਾਂਗੇ ਪਹਿਲਾਂ। ਪਰ ਉਦੋਂ ਪਹਿਲਾਂ ਮੁਅੱਤਲ IG ਪਰਮਰਾਜ ਉਮਰਾ ਨੰਗਲ ਨਾਰਕੋ ਟੈਕਸ ਕਰਾਉਣ ਲਈ ਹੋਏ ਨੇ ਰਾਜੀ। DGP ਸੈਣੀ ਤੇ SSP ਸ਼ਰਮਾ ਨੇ ਕਰ ਦਿੱਤੀ ਹੈ ਨਾ। ਅਗਲੀ ਸੁਣਵਾਈ 9 ਜੁਲਾਈ ਨੂੰ। ਇੱਥੇ ਪਹਿਲਾਂ ਆਪਾਂ ਚਾਨਣਾ ਪਾ ਲਈਏ, ਫਿਰ ਅੱਗੇ ਵਧਦੇ ਹਾਂ। ਆਮ ਤੌਰ ਤੇ ਜਿਹੜੇ ਪੁਲਿਸ ਵਾਲੇ ਹੁੰਦੇ ਉਹਨਾਂ ਸਾਰੇ ਰਸਤੇ ਦਾ ਪਤਾ ਹੁੰਦਾ ਕਿਹੜੇ ਪਾਸੇ ਦੀ ਲੰਘਣਾ। ਇਹਦੇ ਵਿੱਚ ਵੀ ਹੁਣ ਜਿਹੜੀ SIT ਬਣੀ ਸੀ ਉਹ ਜਾਂਚ ਸਹਿਯੋਗ ਦੀ ਕਰ ਰਹੀ ਸੀ। ਇਹਨਾਂ ਲਾਈਵ ਡਿਟੈਕਟ ਕਰਨੀ ਜਾਂਦੀ ਹੈ, ਨਾਰਕੋ ਟੈਸਟ ਕਰਨੀ ਜਾਂਦੀ ਹੈ। ਉਹਦੇ ਵਿੱਚ ਜਿਹੜੇ ਸੀ ਆ ਮੰਗਲਵਾਰ ਜਿਹੜਾ ਪਰਸੋਂ ਵਿਕਲ ਬੀਤਿਆ, ਉਹਨਾਂ ਨੇ ਆਪਣੇ ਜਿਹੜੇ ਸੀ ਵਕੀਲਾਂ ਲਈ ਆਪਣੇ ਜਵਾਬ ਦਾਖਲ ਕੀਤੇ। ਉਹ ਜਵਾਬ ਦੇ ਵਿੱਚ ਸਮੇਤ ਸੈਣੀ ਤੇ ਚਰਨਜੀਤ ਸ਼ਰਮਾ ਜਿਹੜੇ ਤਤਕਾਲੀ SSP ਸਨ ਮੋਗੇ ਦੇ, ਉਹਨਾਂ ਦੋਵਾਂ ਨੇ ਲਾਈਵ ਡਿਟੈਕਟਿਵ ਟੈਸਟ ਕਰਨ ਦੀ ਰਾਸ਼ੀ ਨਾ ਕਰ ਦਿੱਤੀ ਕਿ ਅਸੀਂ ਇਹ ਟੈਸਟ ਨਹੀਂ ਕਰਾਉਣਾ। ਜਦ ਕਿ ਉਮਰਾ ਨੰਗਲ ਪਰਮਰਾਜ ਸਿੰਘ ਉਮਰਾ ਨੰਗਲ ਜਿਹੜੇ ਉਹਨਾਂ ਨੇ ਕਹਿ ਦਿੱਤਾ ਜੀ ਉਹ ਤਿਆਰ ਨੇ ਇਹਦੇ ਵਾਸਤੇ। ਹੁਣ ਕਾਰਨ ਕੀ ਹੈ? ਤੁਹਾਨੂੰ ਪਤਾ ਹੋਏਗਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਿਹੜੇ ਉਮਰਾ ਨੰਗਲ ਦੇ ਦਾਦੇ ਦੇ ਜੀਵਨ ਸਿੰਘ ਉਮਰਾ ਨੰਗਲ ਦੇ ਬੜੇ ਚੰਗੇ ਸੰਬੰਧ ਸੀ ਤੇ ਕੈਪਟਨ ਸਾਹਿਬ ਕਿਤੇ ਕਿਤੇ ਆਪਣੇ ਬੰਦੇ ਦੀ ਸਪੋਰਟ ਵੀ ਕਰ ਜਾਂਦੇ ਆ। ਪਹਿਲਾਂ ਵੀ ਕੁਝ ਸੰਕੇਤ ਮਿਲੇ ਸੀ ਕਿ ਅੱਜ ਕੱਲ ਉਮਰਾ ਨੰਗਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੈਰ ਚਲੋ ਲਾਈਵ ਡਿਟੈਕਟਿਵ ਟੈਸਟ ਵੀ ਸਭ ਕੁਛ ਆ ਜਾਏਗਾ ਜਦੋਂ ਪੁੱਛ ਪੜਤਾਲ ਹੋਏਗੀ ਔਰ ਰਿਪੋਰਟ ਸਬਮਿਟ ਹੋਏਗੀ। ਇਹਦੇ ਵਿੱਚ ਹੁਣ 9 ਤਰੀਕ ਫਿਰ ਪੈ ਗਈ ਇਹਨਾਂ ਦੀ ਵੀ 9 ਤਰੀਕ ਨੂੰ ਦੁਬਾਰਾ ਅਦਾਲਤ 'ਚ ਪੇਸ਼ ਹੋਣਗੇ। ਅਦਾਲਤ ਫਿਰ ਆਪਣਾ ਫੈਸਲਾ ਕਰੇਗੀ ਕਿ ਕਿਵੇਂ ਕਰਨਾ ਤੇ ਕਿਹਦਾ ਕਰਨਾ ਤੇ ਕਿਹਦਾ ਨਹੀਂ ਕਰਨਾ। ਆਖਰਕਾਰ ਲਾਈਵ ਡਿਟੈਕਟਿਵ ਟੈਸਟ ਨੂੰ ਕਰਵਾਉਣਾ ਪਏਗਾ ਕਿਉਂਕਿ ਜੇ ਸਿੱਟ ਨੇ ਇੰਨੀ ਗੱਲ ਕਹੀ ਹੈ ਕਿ ਸਾਨੂੰ ਸਹਿਯੋਗ ਨਹੀਂ ਕਰ ਰਹੇ ਤੇ ਫਿਰ ਕਿਉਂ ਆਖਰਕਾਰ ਕਾਨੂੰਨ ਤੇ ਮੰਨਣਾ ਪਏਗਾ ਜੀ। ਦੇਖੋ ਜੀ, ਕੌਣ ਕੌਣ ਪੇਸ਼ ਹੁੰਦਾ, ਤੁਹਾਨੂੰ ਲੱਗਦਾ ਕਿ ਇਨਸਾਫ ਮਿਲੇਗਾ? ਦੇਖੋ ਇਨਸਾਫ ਦੀ ਜਿਵੇਂ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਨੇ ਕਿਹਾ ਸੀਗਾ, ਸਾਨੂੰ ਆਸ ਦੀ ਜਿਹੜੀ ਆ ਆਸ ਕੁਛ ਨਹੀਂ ਛੱਡਣੀ ਚਾਹੀਦੀ, ਆਸਥਾ ਵੀ ਹੋਣੀ ਚਾਹੀਦੀ ਹੈ। ਸਾਡੀ ਆਪਣੇ ਗੁਰੂ ਚ ਆਸਥਾ ਹੈਗੀ, ਸਾਨੂੰ ਇਨਸਾਫ ਮਿਲੇਗਾ ਕਦੇ ਤੇ ਜ਼ਰੂਰ ਮਿਲੇਗਾ। ਉਹਨੇ ਕਿ ਅਸੀਂ ਆਸ ਲੈ ਕੇ ਚੱਲਦੇ ਹਾਂ ਤੇ ਆਸ ਲੈ ਕੇ ਅਸੀਂ ਜਿਹੜਾ ਵਾ ਉਹ ਸਾਨੂੰ ਉਮੀਦ ਹੈ ਇਨਸਾਫ ਮਿਲੇਗਾ। ਨਾ ਮਿਲੇ ਕੋਈ ਗੱਲ ਨਹੀਂ, ਵੱਖਰੀ ਗੱਲ, ਲੇਕਿਨ ਅਸੀਂ ਇਹਨਾਂ ਨੂੰ ਮੌਕਾ ਨਹੀਂ ਦੇਣਾ ਕਿ ਸਾਨੂੰ ਇਹਨਾਂ ਨੇ ਸਹਿਯੋਗ ਨਹੀਂ ਕੀਤਾ। ਇਸ ਕਰਕੇ ਆਸ ਦੀ ਤੇ ਪਤਾ ਆਸ ਦਾ ਮਤਲਬ ਜੀਵੇ ਆਸਾ ਤੇ ਮਰੇ ਨਿਰਾਸ਼ਾ, ਇਸ ਕਰਕੇ ਆਸ ਤੇ ਹੈਗੀ ਜੀ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਚਿੱਟੀ ਪੱਗ ਬੰਨ ਕੇ ਦਸਤਾਰ ਸਜਾ ਕੇ ਗੁਰਦੁਆਰਾ ਸਾਹਿਬ ਦਾ ਉਦਘਾਟਨ ਕੀਤਾ ਹੈ ਔਰ ਭਾਰਤੀ ਪ੍ਰਧਾਨ ਮੰਤਰੀ ਜਨਾਬ ਨਰਿੰਦਰ ਮੋਦੀ ਸਾਹਿਬ ਨੇ ਕਿਹਾ ਹੈ ਕਿ ਇਹ ਵਿਸ਼ਵ ਭਾਈਚਾਰੇ ਲਈ ਚੰਗੀ ਮਿਸਾਲ ਹੈ। ਕੀ ਕਹਿਣਾ ਚਾਹੋ? ਬਿਲਕੁਲ ਜੀ ਬਿਲਕੁਲ, ਕਿਉਂਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਨੂੰ ਪੱਗ ਦੀ ਜਿਹੜੀ ਅਹਿਮੀਅਤ ਦਾ ਪਤਾ, ਉਹ ਆਪ ਪੱਗ ਬੰਨ ਕੇ ਵਿਚਰਦੇ ਰਹੇ ਆ। ਭਾਵੇਂ ਕਿ ਜਦੋਂ ਮਲੋਟ ਆਏ ਸੀ ਤੇ ਉਹਨਾਂ ਦੇ ਸਿਰ ਤੇ ਪੱਗ ਰੱਖੀ ਸੀ ਬਾਦਲ ਪਰਿਵਾਰ ਨੇ ਤੇ ਉਹਨਾਂ ਨੇ ਕੁਝ ਸਕਿੰਟਾਂ 'ਚ ਲਾ ਕੇ ਪੱਗ ਫੜਾਤੀ ਸੀ, ਉਹ ਵੀ ਹੈਗੀ ਹੈ। ਤੇ ਇੱਥੇ ਜਿਹੜੇ ਉਹ ਰਹੇ ਸੀ ਉਦੋਂ ਕੋਈ ਘੱਟੋ ਘੱਟ 19 ਮਹੀਨੇ ਉਦੋਂ ਉਹਨਾਂ ਨੇ ਪੱਗ ਬੱਧੀ ਸੀ, 50 ਵੀ ਲਾਉਂਦੇ ਸੀ, ਬੜੀ ਸੋਹਣੀ ਪੱਗ ਵੀ ਬੰਨ੍ਹਦੇ ਸੀ, ਦਾੜੀ ਬੰਨ੍ਹਦੇ ਸੀ, ਸਭ ਕਰਦੇ ਸੀਗੇ। ਇਸ ਕਰਕੇ ਇੱਥੇ ਰਹਿ ਕੇ ਉਹਨੂੰ ਪੱਗ ਦੀ ਅਹਿਮੀਅਤ ਦਾ ਪਤਾ। ਉਹਨਾਂ ਨੇ ਠੀਕ ਕਿਹਾ ਕਿ ਜੇ ਇਸ ਤਰ੍ਹਾਂ ਹੀ ਦੂਸਰੇ ਭਾਈਚਾਰੇ ਨਾਲ ਮਿਲ ਜੁਲ ਕੇ ਚੱਲੀਏ ਤੇ ਸਾਡੇ ਲੜਾਈ ਝਗੜੇ ਸਾਰੇ ਖਤਮ ਹੋ ਜਾਣਗੇ। ਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਚਿੱਟੀ ਪੱਗ ਬੰਨ੍ਹ ਕੇ ਜਿਹੜੀ ਜਿਸ ਤਰੀਕੇ ਨਾਲ ਉਹਨੇ ਉਦਘਾਟਨ ਕੀਤਾ ਗੁਰਦੁਆਰੇ ਦਾ, ਉਹ ਵਾਕਿਆ ਹੀ ਇੱਕ ਐਗਜ਼ਾਮਪਲ ਪੇਸ਼ ਕਰਦਾ ਵਾ। ਇਸ ਤਰ੍ਹਾਂ ਦੀਆਂ ਜੇ ਕਿਤੇ ਘਟਨਾਵਾਂ ਵਾਪਰਦੀਆਂ ਰਹਿਣ, ਬਹੁਤ ਸਾਰੇ ਮਸਲੇ ਜਿਹੜੇ ਆਪਸੀ ਸਦਭਾਵਨਾ ਜਿਹੜੇ ਹੱਲ ਕੀਤੇ ਜਾ ਸਕਦੇ ਨੇ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਦੀ ਆਪਣੇ ਅਦਾਰੇ ਵੱਲੋਂ ਵਧਾਈ ਵੀ ਦਿੰਦੇ ਆ ਕਿ ਉਹਨੇ ਬਹੁਤ ਚੰਗਾ ਕੀਤਾ ਵਾ।
ਤੇ ਮੋਦੀ ਸਾਹਿਬ ਨੇ ਜੋ ਤੇ ਟਿੱਪਣੀ ਕੀਤੀ ਉਹ ਵੀ ਸਵਾਗਤਯੋਗ ਹੈ। ਤੁਸੀਂ 1975 ਦੇ ਨਰਿੰਦਰ ਮੋਦੀ ਸਾਹਿਬ ਦੀ ਗੱਲ ਕਰਦੇ ਹੋ, ਉਦੋਂ ਦੀ ਮਜਬੂਰੀ ਸੀ ਕਿ ਉਹਨਾਂ ਨੂੰ ਇਹ ਇੱਕ ਸੇਫ ਜਗ੍ਹਾ ਮਿਲੀ ਹੋਈ ਸੀਗੀ ਪੰਜਾਬ ਦੀ ਕਿ ਉੱਥੇ ਦਸਤਾਰ ਸਜਾ ਕੇ ਉਹਨਾਂ ਨੇ ਆਪਣਾ ਭੇਸ ਬਦਲਿਆ ਤੇ ਉਸ ਭੇਸ ਦੇ ਵਿੱਚ ਉਹ ਬਚੇ ਰਹੇ। 46 ਵਰੇ ਪਹਿਲਾਂ ਦੇ ਨਰਿੰਦਰ ਮੋਦੀ ਸਾਹਿਬ ਤੇ ਅੱਜ ਦੇ ਨਰਿੰਦਰ ਮੋਦੀ ਸਾਹਿਬ ਜਿਨ੍ਹਾਂ ਨੂੰ ਤੁਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਦਸਤਾਰ ਦਿੱਤੀ ਗਈ ਉਹ 10 ਸੈਕਿੰਡ ਦੇ ਵਿੱਚ ਤੁਸੀਂ ਗਿਣ ਲਓ, ਇੱਧਰੋਂ ਰੱਖਦੇ ਨੇ ਪ੍ਰਧਾਨ ਜੀ ਤੇ ਉਧਰ 10 ਸੈਕਿੰਡ ਬਾਅਦ ਉਹ ਦਸਤਾਰ ਲਾ ਕੇ ਸਾਈਡ ਤੇ ਹੋ ਜਾਂਦੀ, ਕੁਝ ਸੈਕਿੰਡ ਨਹੀਂ 10-15 ਸੈਕਿੰਡ। ਉਹ 46 ਵਰੇ ਵਾਲੇ ਨਰਿੰਦਰ ਮੋਦੀ ਤੇ ਹੁਣ ਦੇ ਨਰਿੰਦਰ ਮੋਦੀ ਸਾਹਿਬ ਦੇ ਵਿੱਚ ਅੰਤਰ ਬਹੁਤ ਹੈ। ਇਹ ਸਮਝਣਾ ਪਵੇਗਾ, ਵੇਖਣਾ ਪਵੇਗਾ, ਵਿਚਾਰਨਾ ਪਵੇਗਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਭੱਦੀ ਟਿੱਪਣੀ ਕਰਨ ਵਾਲੇ ਸ਼ਿਵ ਸੈਨਾ ਦੇ ਸੂਰੀ ਤੇ ਆਪੇ ਬਣੇ ਕਾਂਗਰਸੀ ਜਿਹੜੇ ਆਪਣੇ ਬਣੇ ਆਗੂ ਜਿਹੜਾ ਸੁਧੀਰ ਸੂਰੀ ਜਿਹੜਾ ਕਾਫੀ ਚਰਚਾ ਦੇ ਵਿੱਚ ਹੈ ਔਰ ਪੰਥਕ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕਰਨ ਉਪਰੰਤ ਕਿਉਂਕਿ ਅੰਮ੍ਰਿਤਸਰ ਦੀ ਗੱਲ ਹੈ, ਉਹ ਭੁਪਿੰਦਰ ਹੋਣਾ ਦੀ ਵੀ ਗੱਲ ਕਰਾਂਗੇ ਨਾਲ ਕਿ ਇਹ ਆਏ ਦਿਨ ਅਕਸਰ ਬੜਾ ਬੱਕੜਵਾ ਇੱਦਾਂ ਦਾ ਮਤਲਬ ਸ਼ਬਦਾਵਲੀ ਵਰਤਦਾ ਹੈ ਕਿ ਮੈਨੂੰ ਲੱਗਦਾ ਹੈ ਕਿ ਜਾਣ ਬੁੱਝ ਕੇ ਇਹ ਮਤਲਬ ਭਾਂਬੜ ਮਚਾਉਣ ਵਾਲੀ ਗੱਲ ਹੈ। ਹਾਂਜੀ, ਕਿਉਂਕਿ ਸਿਕਿਉਰਿਟੀ ਹੈ 4 ਚਫੇਰੇ। ਹਾਂਜੀ, ਤੇ ਜਾਂ ਫਿਰ ਇਹ ਹੈ ਕਿ ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ 'ਚ ਤੇਰਾ ਕੋਈ ਹੋਰ ਬੋਲਦਾ। ਕੀ ਕਹਿਣਾ ਚਾਹੋਗੇ? ਕਿਉਂ ਇੰਨਾ ਇਹ ਮਤਲਬ ਇੰਨਾ ਕਿਉਂ ਲਾਂਬੂ ਲਾਉਣ ਨੂੰ ਫਿਰਦਾ ਹੈ? ਕਿਉਂ ਇੰਨੀ ਨਫ਼ਰਤ ਕਰਦਾ ਹੈ ਸਿੱਖ ਕੌਮ ਨੂੰ? ਇਹ ਕਿਉਂ ਇਹਨੇ ਦਰਬਾਰ ਸਾਹਿਬ ਤੱਕ ਨਹੀਂ ਬਖਸ਼ਿਆ? ਮੈਂ ਵੈਸੇ ਗੱਲ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਇਹ ਇਸ ਵਕਤ ਮਸਲਾ ਜਿਹੜਾ ਹੈ ਕਾਫੀ ਭਰਿਆ ਹੋਇਆ। ਇਹੋ ਜਿਹੇ ਬੰਦੇ ਨੂੰ ਸਮਾਂ ਦੇਣਾ ਵੈਸੇ ਸਮੇਂ ਦੀ ਵੀ ਤੋਹੀਨ ਹੁੰਦੀ ਹੈ। ਚਾਵਲਾ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਆ ਇਹ ਇੱਕ ਪਾਸੇ ਨਹੀਂ, ਇਹ ਦੋ ਹੀ ਪਾਸੇ ਗੱਲ ਹੈ। ਜੇ ਇੱਕ ਬੰਦਾ ਪਾਗਲ ਹੋ ਗਿਆ ਤੇ ਦੂਜੇ ਨੂੰ ਥੋੜੀ ਜਿਹੀ ਸ਼ਾਂਤ ਕਰਨੀ ਚਾਹੀਦੀ। ਵਿੰਦਰੋਣਾ ਨੂੰ ਬਿਲਕੁਲ ਤੁਹਾਨੂੰ ਪਤਾ ਹੈਗਾ ਭੁਪਿੰਦਰ ਸਿੰਘ 6 ਜੂਨ ਅੱਜ ਤੋਂ 5-6 ਸਾਲ ਪਹਿਲਾਂ ਜਦੋਂ ਸ਼ਿਵ ਸੈਨਾ ਵਾਲੇ ਭਿੰਡਰਾਂ ਵਾਲਿਆਂ ਦਾ ਪੁਤਲਾ ਖਾਣ ਲੱਗੇ ਸੀਗੇ 6 ਜੂਨ ਨੂੰ, ਤੇ ਉਹ ਕੱਲਾ ਹੀ ਉੱਥੇ ਪਹੁੰਚ ਗਿਆ ਸੀ। ਜਾ ਕੇ ਉਹਨੇ ਜਦੋਂ ਲਲਕਾਰਾ ਮਾਰਿਆ ਸੀ, ਜਾ ਕੇ ਜਕਾਰਾ ਬਣਾਇਆ ਸੀ ਬੜੇ ਸੰਭਾਲ ਦਾ, ਅੱਗੇ ਉਹਦੇ ਪਿੱਛੇ ਪੁਲਿਸ ਸੀ ਉਹਦੇ ਤੇ ਜਿਹੜੇ ਜਦੋਂ ਸਾੜਨ ਲੱਗੇ ਸੀ ਪੁਤਲਾ ਛੱਡ ਕੇ ਭੱਜ ਗਏ ਸੀ। ਇਹ 100 ਬੰਦਾ ਤੋਂ ਕੱਲਾ ਹੀ ਖਾਲਸਾ ਤੇ ਉਹਦਾ ਨਾਂ ਉਦੋਂ 6 ਜੂਨ ਪੈ ਗਿਆ ਸੀ। 6 ਜੂਨ ਤੇ ਭਿੰਦਰ ਸਿੰਘ 6 ਜੂਨ, ਅੱਜ ਮੈਨੂੰ ਭੁਪਿੰਦਰ ਸਿੰਘ 6 ਜੂਨ ਕਹਿੰਦੇ। ਜਿਸ ਸੁਧੀਰ ਸੂਰੀ ਨੇ ਦਰਬਾਰ ਸਾਹਿਬ ਦੇ ਉੱਤੇ ਸਿੱਖ ਪਰੰਪਰਾ ਦੇ ਉੱਤੇ ਜਾਂ ਸੰਤ ਭਿੰਡਰਾਂਵਾਲੇ ਤੇ ਟਿੱਪਣੀ ਕੀਤੀ ਕਿ ਆਪਣੇ ਕੋਲ ਕਾਨੂੰਨ ਦਾ ਰਸਤਾ ਹੈਗਾ, ਆਪਣੇ ਕੋਲ ਜੇ ਕਾਨੂੰਨ ਅੱਖ ਨਹੀਂ ਲੱਗਦਾ ਸੀ ਮੁਜ਼ਾਹਰਾ ਕਰ ਸਕਦੇ ਹੋ, ਉਹਨਾਂ ਦੇ ਦੇਵੀ ਦੇਵਤਿਆਂ ਦੇ ਉੱਤੇ ਫਿਰ ਭਿੰਡਰ ਨੇ ਉਸੇ ਤਰ੍ਹਾਂ ਟਿੱਪਣੀਆਂ ਕੀਤੀਆਂ। ਸਿੱਟਾ ਕੀ ਨਿਕਲਿਆ? ਜਿਹੜਾ ਭੁਪਿੰਦਰ ਸਿੰਘ ਨੂੰ ਉਸਨੇ ਫੜ ਲਿਆ ਗਿਆ, ਉਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ, ਉਹਨੂੰ ਤੇ ਅੱਜ ਅਦਾਲਤ 'ਚ ਪੇਸ਼ ਕਰਨਗੇ। ਲੇਕਿਨ ਸੁਧੀਰ ਸੂਰੀ ਦੇ ਬਾਅਦ ਜਿਹੜੇ ਇੰਟਰਨੈਸ਼ਨਲ ਪੰਥਕ ਦਲ ਆ ਉਹਨਾਂ ਨੇ ਜਾ ਕੇ ਮੋਰਚਾ ਲਾਇਆ, ਬਾਕੀ ਜਥੇਬੰਦੀਆਂ ਦੇ ਘਰ ਦੇ ਬਾਹਰ ਜਾ ਕੇ ਕਾਫੀ ਰੋਸ ਮੁਜ਼ਾਹਰਾ ਕੀਤਾ। ਵੱਡੀ ਗਿਣਤੀ 'ਚ ਪੁਲਿਸ ਸੀ, ਉਹਨਾਂ ਅੱਗੇ ਨਹੀਂ ਜਾਣ ਦਿੱਤਾ, ਲੇਕਿਨ ਉਹਨਾਂ ਨੇ ਕਹਿਤਾ ਕਿ ਜਿੰਨਾ ਚਿਰ ਤੱਕ ਇਹਦੇ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹ ਅਸੀਂ ਜਾਵਾਂਗੇ ਨਹੀਂ। ਸੁਧੀਰ ਸੂਰੀ ਵੀ ਕਿਉਂ ਕਰ ਰਿਹਾ? ਪਹਿਲਾਂ ਤੁਹਾਨੂੰ ਪਤਾ ਹੈ ਕਿ ਬਿੱਲਾ ਹੁੰਦਾ ਸੀ, ਬਿੱਲਾ, ਹਾਂਜੀ, ਸ਼ਿਵ ਸੈਨਾ ਵਾਲਾ, ਉਹ ਵੀ ਕਈ ਸ਼ਿਵ ਸੈਨਾ ਵਾਲਾ ਕभी ਵੀ ਟਿੱਪਣੀ ਕਰਦਾ ਸੀ। 2 ਬਿੱਲੇ ਹੋਏ ਨੇ, ਇੱਕ ਪਟਿਆਲੇ ਵਾਲਾ, ਇੱਕ ਅੰਮ੍ਰਿਤਸਰ ਵਾਲਾ। ਹਾਂਜੀ, ਜਿਹੜਾ ਅਸ਼ੋਕ ਤਿਵਾੜੀ ਆ ਸ਼ਿਵ ਸੈਨਾ ਬਾਲ ਠਾਕਰੇ ਦਾ ਬੰਦੇ ਦਾ ਇੰਚਾਰਜ, ਉਹਨੇ ਕੀ ਕਿਹਾ? ਉਹ ਦੂਸਰੇ ਆਇਆ, ਉਹਨੇ ਕਿਹਾ ਕਿ ਸਿੱਖ ਤੇ ਹਿੰਦੂਆਂ ਦਾ ਬਹੁਤ ਨੇੜਲਾ ਰਿਸ਼ਤਾ ਵਾ, ਜਿਹੜੇ ਵੀ ਸਿੱਖ ਗੁਰੂ ਸਾਹਿਬਾਨ ਦੇ ਉੱਤੇ ਸਿੱਖਾਂ ਦੇ ਉੱਤੇ ਕੋਈ ਟਿੱਪਣੀ ਕਰਦੇ ਉਹ ਸਾਡੇ ਬੰਦੇ ਨਹੀਂ। ਸਾਡੇ ਬੜੇ ਸੁਖਾਵੇ ਸੰਬੰਧ ਸਿੱਖ ਪਰਿਵਾਰਾਂ ਨਾਲ, ਸਿੱਖ ਕੌਮ ਨਾਲ, ਉਹ ਸਾਡੇ ਬੰਦੇ ਦੀ ਕੋਕਰਾਂਗੇ ਬੰਦੇ ਕੌਣ ਨੇ? ਇਹ ਕੋਈ ਜਿਨਸੀਅਤ ਦੇ ਬੰਦੇ ਨਹੀਂ ਕਨਵਰਟ ਕਰਾਉਂਦੇ, ਕੋਈ ਹੋਰ ਬੰਦੇ ਤੇ ਨਹੀਂ ਹੈਗੇ। ਉਹ ਦਸੂਗੇ ਪਿੱਛੇ ਜੇ ਬਕਾਇਦਾ ਤੌਰ ਤੇ ਕਹਿ ਕੇ ਗਿਆ
ਤੁਹਾਨੂੰ ਇਸ ਗੱਲ ਦਾ ਪਤਾ ਹੈਗਾ, ਨਵੰਬਰ 1983 ਦੇ ਵਿੱਚ ਜਦੋਂ 110 ਸ਼ਹਿਰਾਂ ਦੇ ਵਿੱਚ ਸਿੱਖਾਂ ਤੇ ਹਮਲੇ ਹੋਏ, ਸਿੱਖਾਂ ਨੂੰ ਵੱਡੀ ਗਿਣਤੀ 'ਚ ਮਾਰਿਆ ਗਿਆ, ਕੁੱਟਿਆ ਗਿਆ, ਟੈਰ ਪਾ ਕੇ ਸਾੜਿਆ ਗਿਆ। ਉਸ ਟਾਈਮ ਤੇ ਬੰਬੇ ਦੇ ਵਿੱਚ ਬਾਲ ਠਾਕਰੇ ਨੇ ਕਹਿਤਾ ਸੀ ਕਿ ਸਿੱਖਾਂ ਦੇ ਉੱਤੇ ਜੇ ਕਿਸੇ ਨੇ ਬੜਾ ਕੀਤਾ ਤੇ ਆਪਣਾ ਬੰਦੋਬਸਤ ਕਰ ਲਈ। ਬਿਲਕੁਲ ਸਿੱਖ ਸਾਡਾ ਇੱਕ ਉੱਤੋਂ ਟੰਗ ਨੇ, ਅਸੀਂ ਸਿੱਖਾਂ ਦੀ ਰਾਖੀ ਵੀ ਕਰਾਂਗੇ, ਨਾਲ ਲੈ ਕੇ ਤੁਰਾਂਗੇ। ਉਦੋਂ ਬਾਅਦ ਤੁਹਾਨੂੰ ਪਤਾ ਹੋਵੇਗਾ ਮਹਾਰਾਸ਼ਟਰ ਤੇ ਪੰਜਾਬ ਇੱਕ ਬੈਂਕ ਖੋਲ੍ਹੇ ਸੀ, 2 ਲੜਕੇ ਉੱਤੇ, ਜਿਹੜਾ ਪਿਛਲੇ ਸਮੇਂ ਚਰਚਾ ਚ। ਹੁਣ ਇਹਦੇ ਵਿੱਚ ਸੁਧੀਰ ਸੂਰੀ ਜਿਹੜਾ ਵੇ ਕੌਣ ਹੈ, ਇਹਦੇ ਵਿੱਚ ਸ਼ੋਕ ਤਿਵਾੜੀ ਨੂੰ ਚਾਹੀਦਾ ਕਿ ਜ਼ਰੂਰ ਕਰਨ ਵੀ ਬੰਦਾ ਕੌਣ, ਤੈਨੂੰ ਪੁੱਛਣ ਵੀ ਕੌਣ ਆ ਤੁਸੀਂ। ਹੁਣ ਜੇ ਉਹਨੇ ਟਿੱਪਣੀ ਕੀਤੀ ਉੱਤੇ ਪਰਚਾ ਆ ਗਿਆ, ਇਹਦੇ ਵਿੱਚ ਪਰਚਾ ਆ ਗਿਆ, ਇਹਨੂੰ ਕੱਲ ਜੇਲ੍ਹ ਭੇਜ ਦਿੱਤਾ ਤੇ ਉਹਨੂੰ ਅੱਜ ਜੇਲ੍ਹ ਭੇਜ ਦੇਣਗੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਪੱਟੀ ਸਾਹਿਬ ਕਿ ਕੀ ਭੁਪਿੰਦਰ ਨੂੰ ਇੰਨੀ ਸੁਰੱਖਿਆ ਦਿੱਤੀ ਜਾਊਗੀ ਜਿੰਨੀ ਇਹਨੂੰ ਦਿੱਤੀ ਗਈ ਆ, ਜਿੰਨੀ ਇਹਦੇ ਮਗਰ ਜਿਹੜੀ ਆ ਲਾਂਗੜ ਲਾਈ? ਨਹੀਂ, ਮਸਲਾ ਤਾਂ ਇਹ ਹੈ ਨਾ, ਮਸਲਾ ਤਾਂ ਇਹ ਹੈ ਨਾ ਕਿ ਜਿੰਨਾ ਖਤਰਾ ਉਹਨੂੰ ਆ ਉਨਾ ਹੀ ਖਤਰਾ ਫਿਰ ਇਹਨਾਂ ਨੂੰ ਆ। ਹੁਣ ਭੁਪਿੰਦਰ ਨੂੰ ਵੀ ਖਤਰਾ ਉਨਾ ਹੀ ਆ ਨਾ। ਸਰਕਾਰ ਕੀ ਹੁਣ ਭੁਪਿੰਦਰ ਨੂੰ ਉਹਨੇ ਗਨਮੈਨ ਜਾਂ ਉਹਨਾਂ ਪੈਟਰੋਲ ਦਊਗੀ? ਸਵਾਲ ਤਾਂ ਇਹ ਹੈ, ਜੇ ਸੂਰੀ ਨੂੰ ਇਹ ਕੁਝ ਬੋਲਣ ਦੇ ਬਦਲੇ ਸੁਰੱਖਿਆ ਮਿਲਦੀ ਹੈ, ਸਿਕਿਉਰਿਟੀ ਮਿਲਦੀ ਹੈ, ਵੀ ਹਮੇਸ਼ਾ ਹੀ ਉਹਨੇ ਸਿੱਖ ਕੌਮ ਦੇ ਉੱਤੇ ਜੋ ਇਹਨੇ ਪਿੱਛੇ ਜੇ ਧੀਆਂ ਭੈਣਾਂ ਵੀ ਨਹੀਂ ਬਖਸ਼ੀਆਂ, ਜੋ ਪਿੱਛੇ ਯਾਤਰਾ ਕਰਕੇ ਆਇਆ ਉਦੋਂ ਕਿੰਨਾ ਵਾਦ ਵਿਵਾਦ ਸ਼ੁਰੂ ਹੋਇਆ ਸੀ ਇਹਦੇ ਵਜ੍ਹਾ ਕਰਕੇ। ਇਹ ਲਾਂਬੂ ਲੱਗਦੇ ਨੇ, ਇਹ ਬੋਲਦੇ ਨੇ। ਤੁਸੀਂ ਬਿੱਲੇ ਦੀ ਗੱਲ ਕੀਤੀ, 2 ਹੀ ਬਿੱਲੇ ਨੇ, ਇੱਕੋ ਬੰਬ ਫੜੇ ਗਏ ਸੀ ਪਟਿਆਲੇ ਦੇ ਵਿੱਚ, ਗਰਨੇਡ, ਕੋਈ ਮੁਕੱਦਮਾ ਨਹੀਂ। ਤੇ ਇੱਕ ਤੁਹਾਡਾ ਅੰਮ੍ਰਿਤਸਰ ਵਾਲਾ ਸੀਗਾ, 2 ਗਨਮੈਨ ਲਈ ਫਿਰਦਾ ਹੁੰਦਾ ਸੀਗਾ। ਹਾਂਜੀ, ਸੋ ਉਦਾਂ ਦਾ ਇਹਦਾ ਮਤਲਬ ਪਾਰਸ਼ ਜੇ ਹੁਣ ਭੁਪਿੰਦਰ ਗਲਤ ਵਾ ਤੇ ਗਲਤ ਅਸੀਂ ਗਲਤ ਕਹਿ ਚੁੱਕੇ ਹਾਂ ਪਹਿਲਾਂ ਉਹਨੂੰ, ਹਨਾ। ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ। ਜੇ ਇੱਕ ਪਾਗਲ ਆ ਦੂਜਾ ਨਾ ਪਾਗਲ ਹੋਵੇ, ਪਰ ਕੀ ਉਹਨੂੰ ਸਿਕਿਉਰਿਟੀ ਮਿਲੂਗੀ? ਉਹਦੀ ਜਾਨ ਨੂੰ ਨਹੀਂ ਖਤਰਾ ਹੁਣ ਜਦੋਂ ਬਾਹਰ ਆਉਂਦਾ? ਭਾਵਨਾਵਾਂ ਤੇ ਹਿੰਦੂ ਭਾਈਚਾਰੇ ਦੀਆਂ ਵੀ ਭੜਕੀਆਂ ਨੇ ਨਾ। ਸਵਾਲ ਤਾਂ ਇੱਥੇ ਪੈਦਾ ਹੁੰਦਾ ਕਿ ਇਹਨਾਂ ਨੂੰ ਬੁਰਸ਼ਾਗਰਦੀ ਕਰਨ ਵਾਸਤੇ ਇਹਨਾਂ ਦੀ ਏਡੀ ਜਿਹੜੀ ਵਰਾਸ਼ਾ ਪਾਰਟੀਆਂ ਹੋਈਆਂ ਨੇ, ਇਹ ਜੋ ਲੱਗਦੇ ਨੇ ਬੋਲਣ ਵੀਡੀਓ ਕਾਲ ਦੇ ਉੱਤੇ। ਪਹਿਲਾ ਗੱਲ ਤਾਂ ਮੇਰੇ ਖਿਆਲ ਦੇ ਵਿੱਚ ਸੋਸ਼ਲ ਨੈਟਵਰਕ ਮੀਡੀਆ ਤੇ ਇਹੋ ਜਿਹਾ ਨੂੰ ਪੱਕਾ ਹੀ ਬੈਨ ਕਰਨਾ ਚਾਹੀਦਾ, ਪੱਕਾ ਹੀ। ਇਹੋ ਜਿਹੀ ਵੀਡੀਓ ਉਸੇ ਵੇਲੇ ਹੀ ਇਹਦਾ ਮਤਲਬ ਸਾਰੇ ਅਕਾਊਂਟ ਹੀ ਬੰਦ ਹੋਣੇ ਚਾਹੀਦੇ ਆ, ਚਾਹੇ ਉਹ ਭੁਪਿੰਦਰ ਆ ਤੇ ਚਾਹੇ ਇਹ ਆ। ਹੁਣ ਉਹੀ ਭੁਪਿੰਦਰ ਨੇ ਜਿਹਨੂੰ ਨਿਹੰਗ ਸਿੰਘਾਂ ਦੇ ਨਾਲ ਵੀ ਪੰਗਾ ਪਿਆ ਸੀ ਮੇਰੇ ਖਿਆਲ 'ਚ, ਉਹੀ ਹੈ ਜਾਂ ਦੂਜਾ ਇਹ? ਜੀ 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 ਜੀ। ਤੇ ਕਿਵੇਂ ਇਹ ਭੁਪਿੰਦਰ ਸਿੰਘ ਮੁੜ ਕੇ ਫਿਰ ਲਾਈਵ ਹੋ ਕੇ ਰੋਂਦਾ ਸੀ, ਕਿਵੇਂ ਇਹ ਮਤਲਬ ਹੰਝੂ ਵਹਾਉਂਦਾ ਸੀਗਾ, ਕਿਸ ਤਰੀਕੇ ਦੇ ਨਾਲ ਨਿਹੰਗ ਸਿੰਘਾਂ ਪ੍ਰਤੀ ਵੀ ਇਹਨੇ ਜੋ ਬੋਲਿਆ ਸੀ, ਭਾਵੇਂ ਬੋਲਿਆ ਇਹਨੇ ਹੋਰ ਸੰਦਰਭ ਸੀਗਾ, ਬੋਲਿਆ ਕਿਸੇ ਹੋਰ ਸੰਦਰਭ ਸੀਗਾ ਵੀ ਨਿਹੰਗ ਸਿੰਘ ਬਾਣੇ ਦੇ ਵਿੱਚ ਜੋ ਕੁਝ ਕਰ ਰਹੇ ਨੇ ਉਹ ਗਲਤ ਬਾਤ ਹੈ, ਪਰ ਉਹ ਤੁਹਾਨੂੰ ਪਤਾ ਹੀ ਆ ਕਿ ਚੱਕ ਕੇ ਲੈ ਕੇ ਗਏ ਸੀ। ਜੋ ਇਹਦਾ ਹਾਲਤ ਉੱਥੇ ਕੀਤਾ ਸੀਗਾ ਉਹ ਬੋਲ ਨਹੀਂ ਸਕਦਾ, ਦੱਸ ਨਹੀਂ ਸਕਦਾ ਸੀਗਾ ਆਪਣਿਆਂ ਨਹੀਂ, ਪਰ ਅੰਦਰ ਫਿਰ ਵੀ ਜਜ਼ਬਾ ਉਹਦੇ ਵੀ ਤੂੰ ਸਾਡੇ ਪ੍ਰਤੀ, ਸਾਡੀ ਕੌਮ ਪ੍ਰਤੀ ਜਾਂ ਸਾਡੇ ਧਰਮ ਪ੍ਰਤੀ ਜਾਂ ਸਾਡੇ ਇਸ਼ਟ ਪ੍ਰਤੀ ਬੋਲ ਰਿਹਾ, ਅਸੀਂ ਤੈਨੂੰ ਬਰਦਾਸ਼ਤ ਨਹੀਂ ਕਰਦੇ। ਜਾ ਕੇ ਫਿਰ ਵੀ ਉਹ ਬੋਲਿਆ। ਮਾੜੀ ਗੱਲ ਆ, ਕਿਸੇ ਧਰਮ ਪ੍ਰਤੀ ਨਹੀਂ ਬੋਲਣਾ ਚਾਹੀਦਾ। ਪਰ ਸਵਾਲ ਇਹ ਪੈਦਾ ਹੁੰਦਾ ਕਿ ਕੀ ਭੁਪਿੰਦਰ ਨੂੰ ਹੁਣ ਸੁਰੱਖਿਆ ਮਿਲੂਗੀ? ਜੇ ਸੂਰੀ ਨੂੰ ਜਾਂ ਹੋਰਨਾਂ ਨੂੰ ਮਿਲਦੀ ਹੈ, ਕੀ ਭੁਪਿੰਦਰ ਨੂੰ ਸੁਰੱਖਿਆ ਮਿਲੂਗੀ? ਸਵਾਲ ਤਾਂ ਇਹ ਪੈਦਾ ਹੁੰਦਾ ਹੁਣ। ਆਓ ਪੱਛਮੀ ਬੰਗਾਲ ਚੱਲਦੇ ਆ। ਭੁਪਿੰਦਰ ਨੂੰ ਸੁਰੱਖਿਆ ਸੁੱਖਾ ਤਾਂ ਕੋਈ ਮਿਲਣੀ ਨਹੀਂ। ਨਹੀਂ ਤੇ ਜੇ ਭੁਪਿੰਦਰ ਦਾ ਨੁਕਸਾਨ ਹੁੰਦਾ, ਨਹੀਂ ਪੱਟੀ ਸਾਹਿਬ ਜੇ ਭੁਪਿੰਦਰ ਦਾ ਨੁਕਸਾਨ ਹੁੰਦਾ ਹੈ, ਸੂਰੀ ਵੀ ਬੰਦਾ ਵਾ, ਸੂਰੀ ਵੀ ਭਾਰਤ ਦਾ ਇੱਕ ਵਸਨੀਕ ਹੈ ਤੇ ਭੁਪਿੰਦਰ ਵੀ ਭਾਰਤ ਦਾ ਇੱਕ ਵਸਨੀਕ ਹੈ। ਸੂਰੀ ਨੂੰ ਜੇਕਰ ਖਾਲਿਸਤਾਨੀਆਂ ਦੇ ਖਿਲਾਫ ਬੋਲਣ ਦੇ ਲਈ ਉਕਸਾਇਆ ਜਾਂਦਾ ਜਾਂ ਉਹਨੂੰ ਪੇੜ ਆ, ਉਹਨੂੰ ਸੁਰੱਖਿਆ ਦਿੱਤੀ ਜਾਂਦੀ ਹੈ। ਤੇ ਜੇ ਭੁਪਿੰਦਰ ਨੇ ਹਿੰਦੂ ਭਾਈਚਾਰੇ ਦੇ, ਪਹਿਲਾਂ ਤਾਂ ਨਿਖੇਧੀ ਕਰਦੇ ਆ, ਦੇਵੀ ਦੇਵਤਿਆਂ ਬਾਰੇ ਸਤਿਕਾਰਯੋਗ ਉਹਨਾਂ ਬਾਰੇ ਬੋਲਿਆ, ਤੇ ਫਿਰ ਉਹਨਾਂ ਦੇ ਵਿੱਚ ਵੀ ਹੋ ਸਕਦਾ ਹੈ ਕਿ ਕੱਟੜ ਹੋਣ ਤਾਂ ਇਹਦਾ ਕੋਈ ਨੁਕਸਾਨ ਹੋ ਜਾਵੇ ਜਾਂ ਕੋਈ ਦੂਜਾ ਨੁਕਸਾਨ ਕਰ ਦੇ, ਉਹਦੀ ਜ਼ਿੰਮੇਵਾਰੀ ਕੌਣ? ਸਰਕਾਰ ਦੀ ਨਹੀਂ ਬਣਦੀ ਫਿਰ? ਹਾਂਜੀ, ਜਿਹੜੀ ਗੱਲ ਮੈਂ ਪਹਿਲਾਂ ਕਹੀ ਆ, ਤੁਸੀਂ ਮੇਰੀ ਗੱਲ ਨੂੰ ਫੋਲੋ ਨਹੀਂ ਕੀਤਾ ਜੀ। ਮੈਂ ਸਿਰਫ ਆਪ ਨੇ ਕਿਹਾ, ਮੈਂ ਸ਼ੂਟ ਪੜਾਈ ਦੇ ਬੁੱਧ ਗੱਲ ਪਾ ਕੇ ਕਹੀ ਜੀ ਕਿ ਇਹ ਬੰਦੇ ਕਿਤੇ ਜਨਸੀ ਦੇ ਨਹੀਂ ਜੀ। ਆਪ ਨੇ ਵੇਖਿਆ
मैं ਉਹਦੇ ਮੂੰਹ 'ਚ ਪੱਗ ਰੱਖੀ ਹੈ। ਇਸੇ ਕਰਕੇ ਏਜੰਸੀਆਂ ਇਹੋ ਜਿਹੇ ਬੰਦੇ ਪਾਲਦੀਆਂ ਹੁੰਦੀਆਂ, ਇਹਨਾਂ ਨੂੰ ਵਰਤਦੀਆਂ ਹੁੰਦੀਆਂ, ਇਹਨਾਂ ਨੂੰ ਹੋਰ ਵੀ ਪਾਕਿਸਤਾਨ ਇਸ ਲਈ ਬਿਆਨ ਦਵਾਉਣੇ ਹੁੰਦੇ, ਇੱਧਰੋਂ ਬਿਆਨ ਦਵਾਉਣੇ ਹੁੰਦੇ ਆ, ਕਿਤੇ ਕਿਤੇ ਆਪਣੀ ਮਰਜ਼ੀ ਵੀ ਕਰ ਜਾਂਦੇ। ਉਹ ਇਸ ਕਰਕੇ ਜਿਹੜਾ ਵਾ ਉਹਦੀ ਪਹਿਲਾਂ ਅਸੀਂ ਕਿਹਾ ਸ਼ੌਕ ਤਿਵਾੜੀ ਹੋਣਾ ਚਾਹੀਦਾ ਕਿ ਇਹਦੀ ਛਾਣਬੀਨ ਕਰਨ, ਜੇ ਬੰਦਾ ਗਲਤ ਆ ਤੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਤੁਹਾਨੂੰ ਪਤਾ 2019 'ਚ ਕੀ ਹੋਇਆ ਸੀਗਾ? ਨਿਸ਼ਾਂਤ ਸ਼ਰਮਾ ਜਿਹੜਾ ਸਿਲਸਿਲਾ ਦਾ ਆਗੂਗਾ ਜੀ, ਉਹ ਜਾ ਕੇ ਹਵਾਰੇ ਦੇ ਗੱਲ ਪੈਣ ਲੱਗਾ। ਅਗਲਾ ਬੜੀ ਵੀਡੀਓ ਜਕੜਿਆ, ਹੱਥ ਕੜੀਆਂ ਲੱਗੀਆਂ, ਗੱਲ ਪੈਣ ਲੱਗੇ, ਉਹਨੇ ਇੱਕ ਚਿੱਕੜ ਮਾਰੀ ਤੇ ਬਾਜੀ ਲੱਗੀ ਪੁੱਠੀ। ਮੁਰਗੇ ਤੇ ਪਰਚਾ ਵੀ ਦਰਜ ਹੋਇਆ। ਹਾਲੀ ਕਿ ਉਹ ਕਈ ਕੇਸਾਂ 'ਚ ਲੜੀਂਦਾ ਸੀ ਪੁਲਿਸ ਨੂੰ, ਕਈ ਕੇਸਾਂ 'ਚ ਭਗੌੜਾ ਸੀ, ਫੜਿਆ ਗਿਆ, ਸਿਰਫ ਹੀਰੋ ਬਣਨਾ ਚਾਹੁੰਦਾ ਸੀ। ਉਹਨੂੰ ਗੱਲ ਪੈ ਕੇ ਵੇਖੋ ਜੀ, ਮੈਂ ਉਹਦੇ ਮੂਹਰੇ ਗੱਲ ਪਿਆ ਕਿ ਚਪੇੜ ਵੱਜ ਜਾ ਕੇ ਮਾਰੇ, ਉਹਨੇ ਪਹਿਲਾਂ ਨੇ ਮਾਰਤੀ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਉਹ ਕੁਝ ਏਜੰਸੀਆਂ ਹਵਾ ਦਿੰਦੀਆਂ, ਇਹ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਸਦੂਰ ਚੀਜ਼ ਦੇ ਪਿੱਛੇ ਕੋਈ ਏਜੰਸੀ ਕੰਮ ਕਰਦੀ ਹੈ ਜਿਹੜੀ ਉਹਦੇ ਕੋਲ ਇਹੋ ਜਿਹਾ ਕੰਮ ਕਰਵਾ ਰਹੀ, ਇਹ 'ਚ ਕੋਈ ਦੋ ਰਵਾਂ ਨਹੀਂ ਹੈਗੀ। ਲੇਕਿਨ ਮੈਂ ਆਪ ਨਹੀਂ ਸੀ ਕਹਿਣਾ ਚਾਹੁੰਦਾ, ਮੈਂ ਚਾਹੁੰਦਾ ਸੀ ਕਿ ਜਿਹੜੀ ਅਸ਼ੋਕ ਤਿਵਾੜੀ ਨੇ ਗੱਲ ਕਹੀ ਸੀ ਉਹਦੇ ਮੂੰਹ ਪਰ ਗੱਲ ਕਹੀ ਕਿ ਉਹ ਆ ਕੇ ਜਾਂਚ ਕਰਨ, ਜਿਹੜੀ ਗੱਲ ਇੱਥੇ ਕਹਿ ਕੇ ਗਏ ਤਸਵੀਰ ਦੇ ਵਿੱਚ ਕਿ ਜਾਂਚ ਕਰਾਂਗੇ ਜਿਹੜੇ ਇਹੋ ਜਿਹੇ ਸਿੱਖਾਂ ਤੇ ਇਹੋ ਜਿਹੇ ਪਾੜਾ ਪਾਉਂਦੇ, ਉਹਨਾਂ ਦੀ ਅਸੀਂ ਕਰਾਂਗੇ ਕੌਣ ਹੈ ਕੌਣ ਬੰਦੇ ਜੀ। ਪੱਛਮੀ ਬੰਗਾਲ ਵਿੱਚ ਵਿਧਾਨ ਪ੍ਰੀਸ਼ਦ ਬਹਾਲੀ ਦਾ ਮਤਾ ਮਮਤਾ ਸਰਕਾਰ ਨੇ ਪਾਸ ਕੀਤਾ ਹੈ। ਹੁਣ ਗੇਂਦ ਮੋਦੀ ਸਾਹਿਬ ਦੇ ਪਾਲੇ ਦੇ ਵਿੱਚ ਹੈ, ਤੁਹਾਡਾ ਇੱਥੇ ਨਜ਼ਰੀਆ ਕੀ ਕਹਿਣਾ ਚਾਹੋਗੇ? ਪੱਛਮੀ ਬੰਗਾਲ ਦੇ ਵਿੱਚ ਜਿਹੜਾ ਇਹ ਵਿਧਾਨ ਸਭਾ ਦਾ ਮਾਮਲਾ ਜੀ, ਇਹ ਪਹਿਲਾਂ ਵਿਧਾਨ ਸਭਾ ਤੇ ਹੈਗੀ ਸੀ ਤੇ ਕਰੀਬ 50 ਸਾਲ ਪਹਿਲਾਂ ਉਹਨਾਂ ਨੇ 52 ਸਾਲ ਪਹਿਲਾਂ ਇਹ ਦਿੱਤਾ। ਉਦੋਂ ਇੱਕ ਪ੍ਰਕਿਰਿਆ ਇਹੀ ਹੁੰਦੀ ਸੀ ਵੀ ਪਹਿਲਾਂ ਤੁਸੀਂ ਵਿਧਾਨ ਸਭਾ ਚ ਇਹਨੂੰ ਡਿਸਮਿਸ ਕਰੋ, ਮੁੜ ਕੇ ਪ੍ਰਧਾਨ ਮੰਤਰੀ ਨੂੰ ਭੇਜੋ, ਉਹ ਆਪਣੀ ਜਿਹੜੀ ਕੈਬਨਿਟ ਚ ਪਾਸ ਕਰਕੇ ਭੇਜਣਗੇ ਵੀ ਅਸੀਂ ਡਿਸਕਸ ਕੀਤੀ। ਹੁਣ ਜੇ ਉਹ ਰੀਸਟੋਰ ਕਰਨੇ ਦਾ ਤਰੀਕਾ ਉਹੀ ਹੈ। ਮਮਤਾ ਬੈਨਰਜੀ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਅਸੀਂ ਵਿਧਾਨ ਪ੍ਰੀਸ਼ਦ ਜਿਹੜੀ ਪੱਛਮੀ ਬੰਗਾਲ ਦੀ ਉਹ ਸਰਜੀਤ ਕਰਾਂਗੇ। ਅੱਜ ਮੇਰੇ ਖਿਆਲ 5 ਕਿ 6 ਸਟੇਟਾਂ ਚ ਵਿਧਾਨ ਪ੍ਰੀਸ਼ਦ ਹੈਗੀ, ਬਾਕੀ ਕਿਤੇ ਨਹੀਂ। ਪਹਿਲਾਂ ਲਗਭਗ ਸਾਰੀਆਂ ਸਟੇਟਾਂ ਚ ਹੈਗੀ ਸੀ। ਹੁਣ ਸਹੀ ਜੇ ਇਹ ਜਾਂ ਰੋਗ ਬਾਕੀ ਸਟੇਟਾਂ ਨੂੰ ਲੱਗੂਗਾ। ਪੋਸੀਬਿਲਿਟੀ ਵੀ ਅਗਲੇ ਜਿਹੜਾ ਅਗਲਾ ਸੈਸ਼ਨ ਹੋ ਸਾਡਾ 2022 ਸ਼ੁਰੂ ਹੋਣਾ ਵਾ, ਉਹਦੇ ਵਿੱਚ ਜਿਹੜੀ ਸਰਕਾਰ ਨੇ ਕੋਈ ਵਿਧਾਨ ਪ੍ਰੀਸ਼ਦ ਬਹਾਲ ਕਰਦੇ ਸਾਰੇ ਹਰੇ ਬੰਦੇ ਉੱਤੇ ਐਡਜਸਟ ਹੋ ਜਾਣਗੇ ਜੀ। ਹੁਣ ਇਹਦੇ ਵਿੱਚ ਮਮਤਾ ਬੈਨਰਜੀ ਨੇ ਆਪਣਾ ਜਿਹੜਾ ਸੀ ਵਾਅਦਾ ਪੂਰਾ ਕਰਤਾ ਕਿ ਮੈਂ ਤੇ ਵੇਖੋ ਜੀ ਇਹ ਪਾਸ ਕਰ ਦਿੱਤਾ ਵਿਧਾਨ ਸਭਾ ਦੇ ਵਿੱਚ, ਮਤਾ ਪਾਸ ਕਰਕੇ ਸੈਂਟਰ ਨੂੰ ਭੇਜਤਾ। ਹੁਣ ਮੋਦੀ ਸਾਹਿਬ ਦੀ ਮਰਜ਼ੀ ਆ ਵੀ ਉਹਨੂੰ ਪਾਸ ਕਰਦੇ ਕਿ ਨਹੀਂ ਕਰਦੀ। ਜੇ ਉਹ ਨਹੀਂ ਪਾਸ ਕਰਦੇ ਤੇ ਫਿਰ ਬੰਗਾਲ ਦੇ ਲੋਕਾਂ ਦੀ ਹੋਰ ਘਿਰਨਾ ਦਾ ਪੱਤਰ ਬਣੇ। ਜੇ ਪਾਸ ਕਰਦੇ ਤੇ ਇਹਦੇ ਚ ਮੋਦੀ ਸਾਹਿਬ ਦੇ ਆਪਣੇ ਬੰਦੇ ਵਿੱਚ ਆਉਣੇ ਆ, ਉਹਨਾਂ ਦੇ ਐਮਐਲਏ ਦੇ ਹਿਸਾਬ ਨਾਲ ਜਿਹੜੇ ਆ ਉਹਨਾਂ ਦੇ ਬੰਦੇ ਵੀ ਵਿਧਾਨ ਪ੍ਰੀਸ਼ਦ ਦੇ ਵਿੱਚ ਆਉਣੇ। ਤੇ ਇਸ ਕਰਕੇ ਸ਼ਾਇਦ ਮੋਦੀ ਸਾਹਿਬ ਦੇ ਮਨ ਮੇਰ ਪੈ ਜਾਏ ਕਿ ਚਲੋ ਜੇ ਮਮਤਾ ਬੈਨਰਜੀ ਕਰਕੇ ਭੇਜਿਆ ਤੇ ਪਾਸ ਕਰਦੇ, ਕੱਲ ਨੂੰ ਸਾਨੂੰ ਹੀ ਫਾਇਦਾ ਹੋਊਗਾ। ਠੀਕ ਤੇ ਉਮੀਦ ਆ ਕਿ ਮੋਦੀ ਸਾਹਿਬ ਗੌਰ ਫਰਮਾਉਣਗੇ। ਲੇਕਿਨ ਮਮਤਾ ਬੈਨਰਜੀ ਜਿਹੜੀ ਕਮਿਟਮੈਂਟ ਲੋਕਾਂ ਨਾਲ ਕੀਤੀ ਸੀ, ਵਾਅਦਾ ਕੀਤਾ ਸੀ ਚੋਣਾਂ ਤੋਂ ਪਹਿਲਾਂ, ਉਹਨੇ ਪੂਰਾ ਕਰਤਾ। ਹੁਣ ਕੇਂਦਰ ਦੀ ਦੇਖੋ ਜਿਹੜੀ ਆ ਇਸ ਪ੍ਰਕਾਰ ਉਹਦੀ ਅੰਦਰ ਦੀ ਕਾਰਵਾਈ ਕਰਦੀ ਹੈ। ਇਸ ਤੋਂ ਪਹਿਲਾਂ ਕਿ ਅਸੀਂ ਕਾਲਸ ਫਲੈਸ਼ ਕਰ ਰਹੀਆਂ ਨੇ ਉਹ ਲਈਏ, ਪਤਾ ਲੱਗਾ ਹੈ ਕਿ ਜਿਹੜਾ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਪਹਿਲਾਂ ਵੀ ਗੱਲ ਕੀਤੀ ਹੈ ਸਤਿਕਾਰ ਕਮੇਟੀਆਂ ਦੀ, ਇੱਕ ਗੁਰੂ ਸਿੱਖ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ, ਹੁਣ ਇਹ ਬੀੜ ਨੂੰ ਆਪੋ ਆਪਣੇ ਤਰੀਕੇ ਨਾਲ ਗਾਇਬ ਕਰਨ ਦਾ ਗੱਲ ਕੀ ਜਾ ਰਹੀ ਹੈ, ਜਾਂ ਉੱਥੋਂ ਸਤਿਕਾਰਯੋਗ ਕਮੇਟੀਆਂ ਚੱਕ ਕੇ ਲੈ ਕੇ ਆਈਆਂ ਨੇ, ਜ਼ਿਲ੍ਹਾ ਕਮਿਸ਼ਨਰ ਕੋਲ ਸ਼ਿਕਾਇਤ, ਪਰਚਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ। ਹੁਣ ਕੀ ਸਤਿਕਾਰ ਕਮੇਟੀਆਂ ਸੀਗੀਆਂ, ਸਤਿਕਾਰਯੋਗ ਕਮੇਟੀਆਂ ਜਿਹੜੀਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਵਾਲੀਆਂ, ਗੁਰੂ ਮਹਾਰਾਜ ਜਿਹੜਾ ਉਹ ਸਰੂਪ ਲੈ ਕੇ ਗਈਆਂ ਨੇ, ਕਿੱਥੇ ਲੈ ਕੇ ਗਈਆਂ ਨੇ, ਇਹਨੂੰ ਗਾਇਬ ਕਰਨ ਦੇ ਮਾਮਲੇ ਨਾਲ ਭਖਿਆ ਮਸਲਾ, ਤੁਹਾਡਾ ਨਜ਼ਰੀਆ ਕੀ ਕਹਿਣਾ ਚਾਹੋਗੇ ਤੁਸੀਂ? ਜਿੱਥੋਂ ਤੱਕ ਇਹ ਸਰੂਪ ਦੀ ਗੱਲ ਹੈ, ਪਹਿਲਾਂ ਆਪਾਂ ਥੋੜਾ ਜਿਹਾ ਪਿੱਛੇ ਚੱਲਦੀਏ ਕਿ ਸਤਿਕਾਰ ਕਮੇਟੀਆਂ ਹੋਣ ਦੇ ਵਿੱਚ ਕਿੱਥੋਂ ਆਈਆਂ। ਸਤਿਕਾਰ ਕਮੇਟੀਆਂ ਹੋਣ ਜਿਸ ਕਰਕੇ ਆਈਆਂ ਕਿ ਜਦੋਂ ਅਕਾਲ ਤਖਤ ਤੋਂ ਇੱਕ ਹੁਕਮਨਾਮਾ ਜਾਰੀ ਹੁੰਦਾ ਤੇ ਮੜੀਆਂ ਮਸਜਿਦਾਂ ਦੇ ਉੱਤੇ ਜਿਹੜਾ ਵਾ ਜਾਂ ਜਠੇਰਿਆਂ ਜਗ੍ਹਾ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਲਿਆ ਜਾਂਦਾ।
ਸ਼੍ਰੋਮਣੀ ਕਮੇਟੀ ਨੇ ਉਸ ਹੁਕਮਨਾਮੇ ਤੇ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਕਾਰਵਾਈ ਨਹੀਂ ਕੀਤੀ, ਕਿਉਂ ਨਹੀਂ ਕੀਤੀ? ਕਿ ਉਹ ਕਹਿੰਦੇ ਤੁਸੀਂ ਬੈਠੇ ਹੁਕਮ ਨਾਲ ਤੁਸੀਂ ਚੁੱਪ ਕਰੀ ਭਰੀ ਨਾ ਇੱਥੇ ਉਸ ਲਿਆ ਕਰੋ ਕਿਸੇ ਨੂੰ, ਸਾਡੀਆਂ ਵੋਟਾਂ ਖਰਾਬ ਹੁੰਦੀਆਂ। ਲੋਹੀਆਂ ਦੇ ਵਿੱਚ ਸਤਿਕਾਰ ਕਮੇਟੀ ਵਾਲਿਆਂ ਦੀ ਤੇ ਨਾਲ ਜਿਹੜਾ ਉੱਥੇ ਸ਼ਿੰਗਾਰਾ ਸਿੰਘ ਲੋਹੀਆਂ ਮੈਂਬਰ SGPC ਤੇ ਉਹਦੇ ਬੰਦਿਆਂ ਦਾ ਤੇ ਡਾਂਸ ਸੋਪਾ ਖੜਕਿਆ। ਬਾਦਲ ਸਰਕਾਰ ਸੀ, ਬਾਅਦ ਸਤਿਕਾਰ ਕਮੇਟੀ ਵਾਲੇ ਫੜ ਕੇ ਅੰਦਰ ਦਿੱਤੇ ਸੀ, ਪਰਚਾ ਦਿੱਤਾ ਸੀ ਤੇ ਉਹ 2-2 ਮਹੀਨੇ ਬਾਅਦ ਜ਼ਮਾਨਤ ਤੱਕ ਆਏ ਸੀ। ਉਹਨਾਂ ਕਹਿੰਦੇ ਜੋ ਮਰਜ਼ੀ ਹੋ ਜਾਏ ਸੀ, ਹੁਕਮਨਾਮੇ ਦੀ ਲੰਘਣਾ ਨਹੀਂ ਹੁੰਦਾ, ਨਹੀਂ ਬਿਸ਼ੱਕ ਤੁਹਾਨੂੰ 2 ਮਹੀਨੇ 2 ਸਾਲ ਰੱਖਦਾ ਹੀ ਦਿੱਤਾ। ਉੱਥੋਂ ਇਹ ਸਤਿਕਾਰ ਕਮੇਟੀ, ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਹੋਣੀ ਚਾਹੀਦੀ। ਇਹ ਕਾਰਵਾਈ ਕਰਦੇ ਸੀ ਵੀ ਜਿੱਥੇ ਕਿਤੇ ਵੀ ਸ਼ਿਕਾਇਤ ਮਿਲਦੀ ਸੀ ਉੱਥੇ ਜਾਂਦੀਆਂ ਸੀ। ਸ਼ੁਰੂ ਚ ਨਾ ਬੜੇ ਚੰਗੇ ਕੰਮ ਕੀਤੇ, ਉਸ ਹੁਕਮਨਾਮੇ ਨੂੰ ਲਾਗੂ ਕਰਾਇਆ। ਤਤਕਾਲੀ ਜਥੇਦਾਰ ਵੀ ਇਹਨਾਂ ਦਾ ਸਤਿਕਾਰ ਕਰਦੇ ਸੀ ਜਾਂਦਿਆਂ ਦਾ। ਸ਼੍ਰੋਮਣੀ ਕਮੇਟੀ ਦੇ ਕੁਝ ਅਧਿਕਾਰੀ ਵੀ ਸਤਿਕਾਰ ਕਰਦੇ ਸੀ। ਹਰਜਨ ਸਿੰਘ ਜਿਹੜਾ ਹੁੰਦਾ ਸੀ ਆਪਣਾ ਸੈਕਟਰੀ SGPC, ਉਹਦੇ ਚੰਗੇ ਸੰਬੰਧ ਸੀ ਇਹਦੇ। ਜਦੋਂ ਮਜੀਠੀਓ ਇਹ ਲੈ ਕੇ ਆਏ ਤੇ ਮਜੀਠੀਆ ਕੇ ਰੌਲਾ ਪਾਇਆ ਤੇ ਉਹ ਕਹਿੰਦਾ ਠੀਕ ਹੈ ਯਾਰ, ਸਤਿਕਾਰ ਕਮੇਟੀ ਨੇ ਵਧੀਆ ਕੀਤਾ, ਜੇ ਤੁਹਾਡੇ ਕੋਲ ਨਹੀਂ ਸਮਾਜ ਹੋਣੀ ਤੇ ਵਾਕਿਆ ਲੈ ਦਿੱਤੀ ਹੈ। ਮੁੜ ਕੇ ਕੀ ਹੋਇਆ ਵੀ ਇਹ ਸਤਿਕਾਰ ਕਮੇਟੀ ਵਾਲੇ ਫਿਰ ਲਾਲਚੀ ਵੀ ਹੋ ਗਈ। ਕੈਨੇਡਾ ਦਾ ਇੱਕ ਬੰਦਾ ਚਰਨਜੀਤ ਸਿੰਘ ਬੰਦਾ ਜਿਹੜਾ ਸੀ, ਉਹ 3 ਸਰੂਪ ਬਕਾਇਦਾ ਤੌਰ ਤੇ ਬਕਸਿਆਂ 'ਚ ਪੈਕ ਕਰਕੇ ਤੇ ਸੁਮੋ ਗੱਡੀ 'ਚ ਰੱਖ ਕੇ ਤੇ ਏਅਰਪੋਰਟ ਤੇ ਲਿਜਾ ਰਿਹਾ ਸੀ। ਉੱਥੇ ਉਹਨੇ ਜਿਹੜੀ ਸੀ ਕੈਨੇਡਾ ਲੈ ਕੇ ਗਏ ਸੀ ਬਾਈ ਏਅਰ। ਇਹਨਾਂ ਨੇ ਜਾ ਕੇ ਇਨਫੋਰਮੇਸ਼ਨ ਮਿਲੀ ਤੇ ਸਿੰਘੂ ਬਾਰਡਰ ਤੇ ਘੇਰ ਲਿਆ ਤੇ ਉਹਦੀ ਜਿਹੜੇ ਦੀ ਕੁੱਟ ਕੇ ਉਹ ਕੀਤਾ ਸੀ ਕਿ ਨੀਲ ਪੈ ਸੀ ਮੋਢਿਆਂ ਦੇ ਉੱਤੇ ਤੇ ਲੱਤ ਆਪਣੇ ਸਿੰਘ ਦੇ ਉੱਤੇ। ਉਹਨੂੰ ਮੁੜ ਕੇ ਇੱਥੋਂ ਚੁੱਕ ਕੇ ਅਕਾਲ ਤਖਤ ਤੇ ਲੈ ਕੇ ਤੇ ਅਕਾਲ ਤਖਤ ਕੋਲ ਲੈ ਗਏ, ਸਾਡੇ ਕੋਲ ਤੋਂ ਲੈ ਤੁਸੀਂ ਪੁਲਿਸ ਨੂੰ ਅਜੇ ਨੂੰ ਕੀ ਕਰਨਾ। ਲੇਕਿਨ ਮੁੜ ਕੇ ਬੈਕ ਤੇ ਫੈਸਲਾ ਆ ਗਿਆ ਸੀ, ਛੱਡ ਦਿੱਤਾ ਗਿਆ ਸੀ। ਲੇਕਿਨ ਉਹ ਕਹਿੰਦਾ ਸੀ ਮੇਰਾ ਮਹਿੰਗੇ ਪਾਦਾ ਮੋਬਾਈਲ ਤੇ $10,000 ਮੇਰਾ ਕਿੱਥੇ ਲੱਗ ਗਿਆ। ਉਹਨੇ ਬਾਅਦ ਜਾ ਕੇ ਪ੍ਰਸਤੁਤੀ ਕੀਤੀ ਸੀ। ਇਸ ਕਰਕੇ ਅਜੇ ਤੱਕ ਉਹ ਮੇਰੇ ਕੋਲ ਲੱਖਾਂ ਰੁਪਏ ਦਾ ਸਮਾਨ ਉਹਦਾ ਮਿਲਿਆ ਨਹੀਂ। ਦਾ ਸਰੂਪ ਤਾਂ ਚਲੋ ਜਿੱਥੇ ਪੁੱਜਣੇ ਪੁੱਜ ਕੇ ਅਕਾਲ ਤਖਤ ਤੇ ਪੁੱਜ ਕੇ ਵੱਖਰੀ ਗੱਲ ਆ। ਲੇਕਿਨ ਉਹ ਸਮਾਜ ਦੇ ਲਾਲਚੀ ਹੋ ਗਏ। ਲਾਲਚੀ ਹੋਣ ਕਰਕੇ ਹੁਣ ਇਹ ਆਮ ਹੀ ਤੁਰ ਪੈਂਦੇ ਲੋਕਾਂ ਦੇ ਘਰਾਂ 'ਚ ਜਿਹੜੇ ਸਰੂਪ ਹੈ ਉਹ ਚੁੱਕ ਲਿਆ। ਉਹਦੇ ਵਿੱਚ ਮੱਕੜ ਜਦੋਂ ਪ੍ਰਧਾਨ ਸੀ ਉਹਨੇ ਬੜੀ ਹਵਾ ਦਿੱਤੀ ਇਹਨਾਂ ਨੂੰ। ਇਹ ਆਪ ਕਹਿੰਦੇ ਜੀ ਫਲਾਣੀ ਜਗ੍ਹਾ ਚੁੱਕ ਲਿਆ, ਢੀਂਗਲੀ ਜਗ੍ਹਾ ਫਿਰ ਚੁੱਕ ਲਿਆ ਤੁਸੀਂ। ਤੇ ਫਿਰ ਉਦੋਂ ਪਤਾ ਲੱਗਾ ਜਦੋਂ ਇਹਨਾਂ ਦੇ ਘਰ ਪਹੁੰਚ ਗਏ, SGPC ਦੇ ਦਫ਼ਤਰ 'ਚ ਪਹੁੰਚ ਗਏ ਵੀ ਤੁਸੀਂ ਤੁਹਾਨੂੰ ਮਰਿਆਦਾ ਨਹੀਂ ਪਤਾ, ਤੁਹਾਨੂੰ ਮਰਿਆਦਾ ਅਸੀਂ ਸਿਖਾਵਾਂਗੇ। ਉਹਨਾਂ ਨੇ ਫਿਰ ਚਾੜਾ ਸਿਖਾਇਆ ਸੀ ਚੰਗੀ ਤਰ੍ਹਾਂ। ਮੁੜ ਕੇ ਪੁਲਿਸ ਨੂੰ ਦਿੱਤੇ ਸੀ, ਮੁੜ ਕੇ 8 ਸਾਲ ਬਾਅਦ ਜ਼ਮਾਨਤ ਪਰਚਾ ਕਰ ਪਿਆ ਸੀ ਇਹਨਾਂ ਜੀ। ਸਤਿਕਾਰ ਕਮੇਟੀ ਨੇ ਹੁਣ ਕੀ ਕੀਤਾ ਕਿ ਰਣਜੀਤ ਐਵੀਨਿਊ ਕਿਸੇ ਅੱਛੇ ਖਾਸੇ ਘਰ ਦੇ ਵਿੱਚ ਗੁਰਸਿੱਖ ਵਿਅਕਤੀ ਨੇ, ਉਹਨਾਂ ਨੇ ਬਕਾਇਦਾ ਤੌਰ ਤੇ ਆਪਣੀ ਕੋਠੀ ਦੇ ਵਿੱਚ ਵੱਖਰਾ ਕਮਰਾ ਬਣਾਇਆ, ਉੱਚੀ ਜਗ੍ਹਾ ਤੇ ਬਣਾਇਆ, ਪੂਰੀ ਮਰਿਆਦਾ ਦਾ ਰੱਖਿਆ ਸੀ। ਲੇਕਿਨ ਸਤਿਕਾਰ ਕਮੇਟੀ ਵਾਲੇ ਚਲੇ ਗਏ, ਕਹਿੰਦੇ ਤੁਸੀਂ ਆਪਣੇ ਘਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਭੀੜ ਨਹੀਂ ਰੱਖ ਸਕਦੇ। ਕਿਉਂ ਬਈ? ਆ ਵੇਖੋ ਹੁਕਮਨਾਮਾ, ਆਇਆ ਹੁਕਮਨਾਮਾ ਵੇਖੋ ਸਾਡੇ ਕੋਲ ਜੀ। ਇਹ ਹੁਕਮਨਾਮਾ ਵਿਖਾਈ ਜਾਂਦੇ ਨੂੰ ਉਹ ਚੁੱਕ ਲਏ ਉੱਥੋਂ। ਲੇਕਿਨ ਉਦੋਂ ਬਾਅਦ ਵੀ ਹੁਕਮਨਾਮੇ 2 ਚੁੱਕੇ, ਕਿ ਗਿਆਨੀ ਗੁਰਬਚਨ ਸਿੰਘ ਦੇ ਟਾਈਮ ਤੋਂ ਚੁੱਕਾ ਤੇ ਇੱਕ ਗਿਆਨੀ ਹਰਪ੍ਰੀਤ ਸਿੰਘ ਦੇ ਟਾਈਮ ਤੋਂ ਚੁੱਕਾ। ਜੀ ਮਤਲਬ ਜਿਹਦੇ ਵਿੱਚ ਕਿਹਾ ਗਿਆ। ਪੱਟੀ ਸਾਹਿਬ ਇੱਕ ਮਿੰਟ, ਕੋਈ ਵੀ ਸਿੱਖ ਪੰਜਾਬ ਦੇ ਵਿੱਚ ਆਪਣੇ ਘਰ 'ਚ ਗੁਰੂ ਮਹਾਰਾਜ ਦਾ ਸਰੂਪ ਨਹੀਂ ਰੱਖ ਸਕਦਾ, ਅਜਿਹਾ ਕੋਈ ਹੁਕਮਨਾਮਾ ਜਾਰੀ ਹੋਇਆ? ਨਹੀਂ, ਇਹ ਅਜਿਹਾ ਹੁਕਮਨਾਮਾ ਜਾਰੀ ਨਹੀਂ ਹੋਇਆ ਜੀ। ਲੇਕਿਨ ਹੁਕਮਨਾਮਾ ਤੇ ਇਹ ਜਾਰੀ ਹੋਇਆ ਕਿ ਜਿੱਥੇ ਮਰਿਆਦਾ ਨਹੀਂ ਹੈਗੀ, ਜਿੱਥੇ ਮਰਿਆਦਾ ਨਹੀਂ ਰੱਖੀ ਜਾਂਦੀ, ਉੱਥੇ ਜਿਹੜਾ ਦਾ ਪ੍ਰਕਾਸ਼ ਨਹੀਂ ਕੀਤਾ। ਹੁਕਮਨਾਮਾ ਜਾਰੀ ਹੋਇਆ ਸੀਗਾ ਤੇ ਇਹਨਾਂ ਨੇ ਉਹਦਾ ਪਖੰਡ ਬਣਾ ਲਿਆ। ਜਿਹਦੇ ਘਰ ਗਏ ਹੁਣ ਇਹ ਨਹੀਂ ਪਤਾ ਵੀ ਕਿਹੜੀਆਂ ਏਜੰਸੀਆਂ ਦੇ ਕਹਿਣ ਦੇ ਉੱਤੇ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਉਹ ਸਰੂਪ ਚੁੱਕ ਕੇ ਲਿਆਉਂਦੇ ਆ। ਉਹੀ ਗੱਲ ਜਿਵੇਂ ਅੰਗਰੇਜ਼ਾਂ ਨੇ ਕੀਤਾ ਸੀਗਾ ਕਿ ਕੈਦੇ ਦੇ 6 ਆਨੇ ਦਿੰਦੇ ਸੀ। ਜਿਹੜਾ ਬੰਦਾ ਕੈਦਾ ਜਮ੍ਹਾਂ ਕਰਾਉਂਦੇ 6 ਆਨੇ ਦਿੰਦੇ ਸੀ, ਇੰਨੀ ਵੱਡੀ ਆਮਦਨ ਕੈਦੇ ਦੇ 6 ਆਨੇ। ਬਿਲਕੁਲ, ਮੈਂ ਪੜਿਆ ਸੀ ਕਿਤੇ। ਹਾਂਜੀ। ਇਹ ਹੁਣ ਜਿਹੜੀ ਇਹ ਜਿਹੜੀ ਇਹਨਾਂ ਦੀ ਉਹ ਕੁਝ ਲੱਗਦਾ ਵੀ ਕੋਈ ਜਨਸਨ ਵੀ ਪਿੱਛੇ ਹੈਗੀ ਹੈ। ਬੀਬੀ ਕਿਰਨ ਜੋ ਜਿਹੜੀ ਜਨਰਲ ਸੈਕਟਰੀ ਰਹੀ SGPC ਦੀ ਪਿਛਲੇ 25 ਸਾਲ ਤੋਂ SGPC ਦੀ ਮੈਂਬਰ ਹੈ ਤੇ ਮਾਸਟਰ ਤਾਰਾ ਸਿੰਘ ਦੀ ਦੋਤਰੀ। ਉਹਦੇ ਇੱਕ ਰਿਸ਼ਤੇਦਾਰ ਸੀਗੇ ਰਕਬੀਰ ਪਾਰਕ, ਉਹਨਾਂ ਦੇ ਘਰੋਂ ਚੁੱਕਣ ਚਲੇ ਗਏ। ਫਿਰ ਉਹ ਪਹੁੰਚ ਗਈ ਉੱਥੇ, ਕਹਿੰਦੀ ਕਿ ਇਹ ਸਾਡਾ ਕੰਮ, ਇਹ SGPC ਦੀ ਕੰਮ, ਤੁਸੀਂ ਕਰੋਗੇ। ਕਹਿੰਦੇ ਆਓ ਹੁਕਮਨਾਮਾ, ਹੁਕਮ ਆ ਜੀ ਉਹਨਾਂ ਵੇਖ ਲਓ। ਸਾਡੇ ਤੇ ਬੈਨ ਕੀਤਾ ਕਾਲ ਤੱਕ, ਤੁਸੀਂ ਨਹੀਂ ਸੁਣ ਚੁੱਕ ਸਕਦੇ।
ਹੁਣ ਇਹਨਾਂ ਨੇ ਕੀਤਾ ਰਣਜੀਤ ਐਵੇਨਿਊ ਦੇ ਉੱਤੇ ਉਸ ਘਰ ਦੇ ਵਿੱਚੋਂ ਮਿਲੀ ਸੀ ਬਦੋ ਬਦੀ ਜਿਹੜਾ ਸਰੂਪ ਚੁੱਕ ਕੇ ਲੈ ਗਏ, ਨਹੀਂ ਪਤਾ ਕਿੱਥੇ ਜਾ। ਪਰ ਉਹ ਜਿਹੜਾ ਸਰੂਪ ਦੀ ਇੱਕ ਵੀਡੀਓ ਪਾਈ ਆ ਕਿ ਬਹੁਤ ਜ਼ਿਆਦਾ ਉਹਦੇ ਰੁਮਾਲਾ ਸਾਹਿਬ ਜਾਂ ਉਹਦੇ ਜਿਹੜੇ ਮਤਲਬ ਪਹਿਰਾਵਾ ਜਿੱਦਾਂ ਮਹਾਰਾਜ ਦਾ ਚਲੋ ਹੁੰਦਾ ਵਾ ਜਿੱਦਾਂ ਰੱਖਿਆ ਗਿਆ, ਉਹ ਵੀਡੀਓ ਜਿਹੜੀ ਆ ਉਹਦਾ ਉਹ ਜਦੋਂ ਮਤਲਬ ਦਿਖਾ ਰਹੇ ਨੇ ਉਹਦੇ ਵਿੱਚ ਮੇਰੇ ਖਿਆਲ 'ਚ ਮਾਂਝੀ ਵੀ ਆ, ਹੈ ਨਾ, ਜਿਹੜਾ ਉਹ ਗਾਲਾਂ ਦੇ ਰਿਹਾ ਕਿਸਮ ਦੀ ਸੱਭਿਅਕ ਭਈ ਤੇਰਾ ਕਿੱਥੇ ਜਾ ਕੇ ਭਲਾ ਹੋਊਗਾ, ਕਿੱਥੇ ਜਾ ਕੇ ਤੂੰ ਮੂੰਹ ਦਿਖਾਏਂਗਾ। ਉਹ ਘਟਾ ਮਿੱਟੀ ਜਿਹੜੀ ਪਈ ਹੋਈ ਆ ਉੱਤੇ ਜਿਸ ਤਰੀਕੇ ਦੇ ਨਾਲ ਉਹਦਾ ਸੁੱਖ ਆਸਨ ਕੀਤਾ ਹੀ ਨਹੀਂ ਗਿਆ ਲੱਗਦਾ ਕਈਆਂ ਸਮੇਂ ਤੋਂ। ਤੁਹਾਨੂੰ ਨਹੀਂ ਲੱਗਦਾ ਕਿ ਉੱਥੇ ਉਹ ਫਿਰ ਜਾਇਜ਼ ਆ ਕਿ ਮਤਲਬ ਤੁਸੀਂ ਵੱਡੇ ਘਰ ਦੇ ਮਾਲਕ ਹੋ, ਵੱਖਰੀ ਜਗ੍ਹਾ ਵੀ ਬਣਾਤੀ ਤੇ ਤੁਸੀਂ ਪੁੱਛਣਾ ਹੀ ਨਹੀਂ ਉੱਥੇ ਜਾ ਕੇ ਮਹਾਰਾਜ ਦੇ ਸਰੂਪ ਉੱਦਾਂ ਹੀ ਪਏ ਨੇ। ਹਾਂਜੀ, ਉਹ ਮਾਲਵੇ ਦੀ ਗੱਲ ਹੈ ਜੀ, ਇੱਥੋਂ ਦੀ ਨਹੀਂ, ਉਹ ਮਾਲਵੇ ਦੀ ਅੱਛਾ ਚਲੋ ਮੇਰੇ ਨਾਲ ਕਾਲਰ ਨੇ ਇੱਕ ਕਾਫੀ ਸਮੇਂ ਤੋਂ ਫਲੈਸ਼ ਕਰ ਰਹੀ ਹੈ ਕਾਲ। ਪਹਿਲਾਂ ਦੇਖ ਲਈਏ ਕਿ ਕਾਲਰ ਕੀ ਕਹਿਣਾ ਚਾਹੁੰਦੇ ਨੇ, ਫਿਰ ਆਪਾਂ ਅੱਗੇ ਵਧਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ ਚਾਵਲਾ ਜੀ। ਸਤਿ ਸ਼੍ਰੀ ਅਕਾਲ ਸਾਹਿਬ, ਸਤਿ ਸ਼੍ਰੀ ਅਕਾਲ ਪਹਿਲਾਂ ਤਾਂ। ਸਤਿ ਸ਼੍ਰੀ ਅਕਾਲ ਜੀ ਸਰ, ਆਪਣੀ ਦੂਰਅੰਦੇਸ਼ੀ ਨਾਲ ਦੱਸਿਓ ਵੀ ਮੈਂ ਗਲਤ ਹਾਂ ਜਾਂ ਮਤਲਬ ਕਿ ਜਿੰਨਾ ਕੁ ਮੇਰੀ ਬੁੱਧੀ ਕੰਮ ਕਰਦੀ ਪਈ ਆ। ਜੋ ਵੀ ਪਹਿਲਾਂ ਵਾਰਤਾਲਾਪ ਚੱਲ ਰਹੀ ਸੀ ਸੂਰੀ ਦੇ ਕੇਸ 'ਚ ਤਾਂ ਭੁਪਿੰਦਰ ਸਿੰਘ ਦੇ ਕੇਸ 'ਚ ਜੋ ਵੀ ਆਪਣਾ ਵਾਰਤਾਲਾਪ ਚੱਲੀ ਆ ਵੀ ਉਹਨਾਂ ਨੂੰ ਸਿਕਿਉਰਟੀਆਂ ਵੀ ਮਿਲਦੀਆਂ ਆਪਣੇ ਬੰਦਿਆਂ ਤੇ ਕੇਸਦਾਰਾਂ ਤੇ ਵਗੈਰਾ ਵਗੈਰਾ। ਪਰ ਸਰ ਤੁਸੀਂ ਨਹੀਂ ਸਮਝਦੇ ਵੀ ਜਿਹੜੇ ਸਾਡੇ ਲੋਕ ਆ ਅਸੀਂ ਮਤਲਬ ਕਿ ਜੋਸ਼ ਤੋਂ ਤਾਂ ਕੰਮ ਲੈਣ, ਜਿਹੜਾ ਹੋਸ਼ ਆ ਦਿਮਾਗ ਤੋਂ ਅਸੀਂ ਉਹ ਚੀਜ਼ ਕਰਦੇ ਨਹੀਂ। ਕਿਉਂਕਿ ਦੇਖੋ ਸਰ, ਬਾਂਦਰ ਚਲਾ ਗਿਆ, ਬਾਂਦਰ ਸ਼ੈਤਾਨ ਦੇ ਨਾਲ ਦੋ ਝੋਟਿਆਂ ਦੇ ਆਪਸ ਵਿੱਚ ਸਿੰਗ ਫਸਾ ਕੇ ਤੇ ਆਪ ਉਲਾਂਦੇ ਝੋਟੇ ਆਪਸ ਵਿੱਚ ਲੜਦੇ ਰਹਿੰਦੇ ਆ। ਹੁਣ ਦੇਖੋ ਨਵੇਂ ਸ਼ਹਿਰ 'ਚ ਚਾਵਲਾ ਜੀ ਆਪਾਂ ਕਿੰਨੀ ਵਾਰੀ ਇਹ ਖਬਰਾਂ 'ਚ ਆਇਆ ਵੀ ਹਾਲੇ ਕੋਈ ਦੂਜਾ ਨਹੀਂ, ਕੋਈ ਵਾਇਲੈਂਸ ਨਹੀਂ, ਇੱਕ ਸਿਰਫ ਲਿਟਰੇਚਰ ਦੇ ਨਾਂ ਤੇ ਮੁੰਡਿਆਂ ਨੂੰ ਉਮਰ ਕੈਦ ਸੁਣਾਤੀ, ਠੀਕ ਹੈ ਨਾ ਜੀ। ਉਸ ਦੇ ਨਾਂ ਦੇ ਉੱਤੇ ਆਪਣਾ ਫੇਸਬੁੱਕ ਤੇ ਪੋਸਟਾਂ ਪਈਆਂ, ਬਥੇਰਾ ਕੁਛ ਹੋਇਆ। ਪਰ ਜਿਹੜੀ ਕਾਨੂੰਨੀ ਕਾਰਵਾਈ ਆ ਉਹਨਾਂ ਦੇ ਖਿਲਾਫ ਸੁਪਰੀਮ ਕੋਰਟ ਜਾਂ ਉੱਪਰ ਹਾਈ ਕੋਰਟ 'ਚ ਹੋ ਸਕਦਾ ਪਾਈ ਵੀ ਹੋਵੇ, ਪਰ ਸਾਹਮਣੇ ਨਹੀਂ ਆਈ ਵੀ ਕਿਸੇ ਨੇ ਉਹ ਕਾਨੂੰਨੀ ਪੈਰਵਾਈ ਵੀ ਕੀਤੀ ਆ। ਕਿਉਂਕਿ ਉਹ ਤਾਂ ਸੈਸ਼ਨ ਕੋਰਟ ਨੇ ਨਵੇਂ ਸ਼ਹਿਰ ਦੀ ਨੇ ਪੋਸਟ ਸੁਣਾਤੀ, ਲੇਕਿਨ ਉੱਤੇ ਦੋ ਉੱਤੇ ਵੀ ਹੈਗੀਆਂ, ਹੋ ਸਕਦਾ ਉੱਤੇ ਉਹਨਾਂ ਨੂੰ ਦੂਜਾ ਮਿਲ ਜਾਂਦਾ ਵੀ ਹਾਂ ਵੀ ਸੈਸ਼ਨ ਕੋਰਟ ਨੇ ਗਲਤ ਫੈਸਲਾ ਦਿੱਤਾ ਕਿ ਕਿਤਾਬ ਰੱਖਣ ਦੇ ਨਾਲ ਕੋਈ ਉਮਰ ਕੈਦ ਹੋ ਜਾਂਦੀ ਹੁੰਦੀ। ਤੇ ਦੂਜੀ ਗੱਲ ਸਰ, ਆਪਣੇ ਇਸ ਤੋਂ ਅੱਗੇ ਸਿਕਿਉਰਿਟੀ ਦੀ ਗੱਲ ਆ ਜਾਓ। ਹੁਣ ਸਿਕਿਉਰਿਟੀ ਦੀ ਗੱਲ, ਭੁਪਿੰਦਰ ਸਿੰਘ ਨੂੰ ਸਿਕਿਉਰਿਟੀ ਨੇ ਸਰ ਕਿਸੇ ਨੇ, ਹੁਣ ਦੇਖੋ ਮੇਰੀ ਗੱਲ ਦਾ ਚੱਲਦਾ, ਗੁੱਸਾ ਮਾਈਂਡ ਨਾ ਕਰੋ, ਆਪਾਂ ਵੀ ਸਰਕਾਰ ਨੇ ਥਾਲੀ 'ਚ ਪਾ ਕੇ ਨਹੀਂ ਦੇਣੀ। ਜੇ ਅਗਰ ਲੈਣੀ ਹੋਵੇ ਭੁਪਿੰਦਰ ਸਿੰਘ ਲੈ ਵੀ ਸਕਦਾ, ਜੇ ਉਹ ਚਲਾਕੀ ਵਰਤੇ ਨਾ ਤਾਂ ਉਹ ਲੈ ਵੀ ਸਕਦਾ। ਤੇ ਉਸ ਤੋਂ ਅੱਗੇ ਆਪਣਾ ਜਿਹੜੀ ਆਪਣਾ ਸੋਸ਼ਲ ਮੀਡੀਆ ਸਰ ਆਪਾਂ ਵਰਤਦੇ ਹਾਂ, ਚਲਾਕ ਬੰਦਾ ਗੁਰੂਆਂ ਸਾਹਿਬਾਨਾਂ ਦੇ ਖਿਲਾਫ ਗਲਤ ਮਲਤ ਪ੍ਰਚਾਰ ਲੈ ਕੇ ਪਾਤਾ। ਆਪਾਂ ਕੀ ਕਰਦੇ ਹਾਂ, ਧੜਾ ਧੜ ਸ਼ੇਰ, ਆਹ ਦੇਖੋ ਵੀ ਕੀ ਹੋ ਗਿਆ, ਆਹ ਦੇਖੋ ਵੀ ਕਰ ਦਿਓ ਅੱਗ ਮੰਗੂ ਸ਼ੇਰ ਫੈਲਾ ਦਿਓ। ਹੁਣ ਸਰ ਸੋਸ਼ਲ ਮੀਡੀਆ ਦਾ ਇੱਕ ਮਤਲਬ ਕਿ ਜਿੰਨਾ ਕੁ ਮੇਰੀ ਬੁੱਧੀ ਕੰਮ ਕਰਦੀ ਆ ਉਹਦੇ ਵਿੱਚ ਵੈਸੇ ਤਾਂ ਹੁਣ ਕਰੋੜਾਂ ਲੋਕ ਆ ਉਹਦੇ ਜਿਹੜੇ ਮੈਂਬਰ ਆ। ਹੁਣ ਤੁਸੀਂ ਜਿਹੜੇ ਪੇਜ ਆਪਣਾ ਖੋਲਦੇ ਆ ਫੇਸਬੁੱਕ ਜਾਂ ਟਵਿੱਟਰ, ਉਹ ਹੁਣ ਕਰੋੜਾਂ ਦੇ ਤੁਹਾਡੇ ਸਾਹਮਣੇ ਆਉਂਦੇ ਨਹੀਂ, ਲੇਕਿਨ ਉਹ ਸਿਸਟਮ ਏਦਾਂ ਡਿਜ਼ਾਈਨ ਕੀਤਾ ਆ ਕਿ ਤੁਹਾਡੇ ਇੰਟਰਸਟ ਦੇ ਅਕੋਰਡਿੰਗਲੀ ਤੁਸੀਂ ਜਿਹੜੀ ਚੀਜ਼ ਸਰਚ ਕਰਦੇ ਆ, ਉਹ ਸਿਸਟਮ ਉਸ ਚੀਜ਼ ਨੂੰ ਦੇਖ ਕੇ ਉਹ ਇੰਟਰਸਟ ਦੇ ਰਿਲੇਟਡ ਜਿਹੜੀਆਂ ਪੋਸਟਾਂ ਆ, ਪੇਜ ਆ, ਜਾਂ ਜਿਨ੍ਹਾਂ ਨੂੰ ਤੁਸੀਂ ਨੋਟੀਫਿਕੇਸ਼ਨ ਆਨ ਕੀਤੇ ਉਹ ਤਾਂ ਤੁਹਾਡੇ ਸਾਹਮਣੇ ਆਉਣੇ ਹੀ ਆਉਣੇ ਆ। ਉਹ ਨੋਟੀਫਿਕੇਸ਼ਨ ਨੂੰ ਛੱਡ ਕੇ ਜਿਹੜੀਆਂ ਆਮ ਜਨ ਜਿਹੜੇ ਤੁਹਾਡੇ ਫਰੈਂਡ ਸਰਕਲ 'ਚ ਵੀ ਨਹੀਂ ਹੈਗੇ ਜਾਂ ਜਿਨ੍ਹਾਂ ਦੇ ਨੋਟੀਫਿਕੇਸ਼ਨ ਵੀ ਨਹੀਂ ਹੈਗੇ, ਉਹ ਛੋਟਾ ਰੱਖ ਲਓ, ਬਾਕੀ ਲਾਈਨਾਂ ਫਲੈਸ਼ ਕਰ ਰਹੀਆਂ ਨੇ। ਹਾਂਜੀ ਬਿਲਕੁਲ, ਲਾਈਨਾਂ ਹੋਰ ਵੀ ਫਲੈਸ਼ ਕਰ ਰਹੀਆਂ ਨੇ, ਛੋਟਾ ਰੱਖ ਲਓ ਸਰ। ਅੱਧਾ ਮਿੰਟ ਦਿਓ। ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਉਸ ਚੀਜ਼ ਨੂੰ ਵੀ ਆਪਾਂ ਦੂਜਾ ਜੇ ਕੋਈ ਇਦਾਂ ਦੀ ਆਉਂਦੀ ਆ, ਬਜਾਏ ਉਸਦੀ ਰਿਪੋਰਟ ਕਰਨ ਤੋਂ ਜਾਂ ਉਸਨੂੰ ਦੂਜਾ ਮਤਲਬ ਕਿ ਇਗਨੋਰ ਕਰਨ ਤੋਂ, ਆਪਾਂ ਧੜਾ ਧੜ ਜਿੰਨਾ ਸ਼ੇਅਰ ਕਰੂੰਗੇ ਉਹ ਤਾਂ ਸਗੋਂ ਹੋਰ ਜ਼ਿਆਦਾ ਤੋਂ ਜ਼ਿਆਦਾ ਉਹ ਫੈਲਣਗੀਆਂ। ਸੋ ਇਸ ਕਰਕੇ ਆਪਾਂ ਦਿਮਾਗ ਤੋਂ ਬਹੁਤ ਘੱਟ ਕੰਮ ਲੈਂਦੇ ਸਰ। ਮੈਂ ਉਹ ਤੁਹਾਡਾ ਜਾਣਨਾ ਚਾਹੁੰਦਾ ਵਿਚਾਰ। ਥੈਂਕ ਯੂ ਜੀ। ਜਿਹੜੀ ਗੱਲ ਤੁਸੀਂ ਕਹੀ ਹੈ ਜੀ, ਸ਼ੁਰੂ 'ਚ ਗੱਲ ਕਹੀ ਕਿ ਜੇ ਉਹਨੇ ਬੇਵਕੂਫੀ ਕੀਤੀ ਹੈ ਤੇ ਸਾਡੇ ਬੰਦਿਆਂ ਨੂੰ ਥੋੜਾ ਅਕਲ ਤੋਂ ਕੰਮ ਲੈ, ਸ਼ੁਰੂ ਗੱਲ ਕੀਤੀ ਸੀ, ਥੋੜਾ ਸਿਆਣਾ ਤੋਂ ਕੰਮ ਲੈਂਦੇ। ਅਸੀਂ ਜਿੱਦਾਂ ਉਹਨੇ ਘਰ ਦੇ ਕੇ ਮੁਜ਼ਾਹਰਾ ਕੀਤਾ ਤੇ ਪਰਚਾ ਕਰਾਉਂਦੇ, ਇਹਨੂੰ ਅੰਦਰ ਸਟਾਉਂਦੇ, ਸਾਨੂੰ ਕੀ ਲੋੜ ਸੀ ਦੇਵੀ ਦੇਵਤਿਆਂ ਦੇ ਉੱਤੇ ਜਿਹੜਾ ਉਹ ਟਿੱਪਣੀ ਕਰ ਸਤਿਕਾਰ ਦੇ ਨੇ ਸਾਰੇ ਧਰਮ। ਉਹਨੇ ਗਲਤੀ ਕੀਤੀ, ਮੈਂ ਪਹਿਲਾਂ ਵੀ ਕਹਿ ਦਿੱਤਾ ਸੀ ਕਿ ਇਹੋ ਜਿਹੇ ਲੋਕ ਏਜੰਸੀਆਂ ਦੇ ਹੁੰਦੇ ਆ, ਪਰ ਮੈਂ ਨਹੀਂ ਸੀ ਕਹਿਣਾ ਚਾਹੁੰਦਾ। ਮੈਂ ਇਸੇ ਕਰਕੇ ਸ਼ੁਭਤਵਾਲੀ ਦੇ ਖੱਤ 'ਚ ਗੱਲ ਪਾਈ ਸੀ ਕਿ ਕਹਿ ਕੇ ਗਿਆ ਸੀ ਜੀ। ਇਹਨਾਂ ਦੇ ਪਿੱਛੇ ਕੋਈ ਸ਼ੱਕ ਵਾਲੀ ਗੱਲ ਨਹੀਂ।
ਏਜੰਸੀਆਂ ਹੁੰਦੀਆਂ, ਏਜੰਸੀਆਂ ਨੂੰ ਕੋਈ ਕਰਾਉਂਦੀਆਂ, ਆਪਣੀ ਮਰਜ਼ੀ ਦੇ ਬਿਆਨ ਦਿੰਦੀਆਂ, ਆਪਣੀ ਮਰਜ਼ੀ ਦਾ ਸਭ ਕੁਝ ਕਰਾਉਂਦੀਆਂ। ਜੇ ਕਿਤੇ ਨਿਰਪੱਖ ਪੜਤਾਲ ਹੋ ਜੇ ਤੇ ਉਹ ਏਜੰਸੀਆਂ ਹੀ ਸਾਹਮਣੇ ਆ ਸਕਦੀ ਭੱਟੀ ਸਾਹਿਬ ਕਰੇ ਕੌਣ? ਗੱਲ ਯਾਦ ਆ ਗਈ ਰੰਗਲਾ ਪੰਜਾਬ ਜਿਹੜੀ ਗੱਲ ਤੁਸੀਂ ਜੀ ਹਾਂਜੀ ਪਲੀਜ਼ ਜਿਹੜੀ ਗੱਲ ਤੁਸੀਂ ਭੁਪਿੰਦਰ ਦੀ ਗੱਲ ਕੀਤੀ, ਉਹਨੂੰ ਸਿਕਿਉਰਿਟੀ ਮਿਲੇ, ਉਹਨੂੰ ਸਿਕਿਉਰਿਟੀ ਨਹੀਂ ਮਿਲੇਗੀ, ਬੇਸ਼ੱਕ ਉਹ ਅਪਲਾਈ ਕਰਦੇ, ਕਿਉਂਕਿ ਉਹਦੇ ਏਜੰਸੀਆਂ ਨੇ ਫਿਰ ਰਿਪੋਰਟ ਕਰਨੀ ਹੈ ਕਿ ਇਹਨੂੰ ਸਿਕਿਉਰਿਟੀ ਦੀ ਕੋਈ ਲੋੜ ਨਹੀਂ, ਇਹਨੂੰ ਬਾਹਰੋਂ ਕੋਈ ਖਤਰਾ ਨਹੀਂ ਹੈ। ਉਹ ਏਜੰਸੀਆਂ ਨੇ ਜਿਹੜੀ ਸਿਕਿਉਰਿਟੀ ਦਿੱਤੀ। ਹੁਣ ਦੱਸੋ ਸੁਧੀਰ ਸੂਰੀ ਦੀ ਕੀ ਦੇਣ ਹੈਗੀ ਆ? ਮੈਂ ਆਪਣੀ ਗੱਲ ਨਹੀਂ ਕਰਦਾ, ਉਹਦੀ ਹਿੰਦੂ ਧਰਮ ਨੂੰ ਕੀ ਦੇਣੀ? ਬਿਲਕੁਲ ਹਾਂਜੀ। ਕੋਈ ਕੁਰਬਾਨੀ ਕੀਤੀ ਹੈ, ਕੋਈ ਪ੍ਰਚਾਰ ਕੀਤਾ, ਕੁਛ ਕੀਤਾ? ਉਹਨੇ ਕੁਛ ਨਹੀਂ ਕੀਤਾ। ਸੋ ਏਜੰਸੀਆਂ ਦੇ ਕਹਿਣ ਤੇ ਬਿਆਨ ਦੇ ਕੇ ਜਿਹੜਾ ਅਸੀਂ ਪੁੱਠੇ ਸਿੱਧੇ ਜਿਹੜੇ ਸੀ ਉਹ ਸਮਾਜ ਦੇ ਵਿੱਚ ਸਮਾਪਨ ਪੈਦਾ ਕਰਕੇ ਹਿੰਦੂਆਂ ਤੇ ਸਿੱਖਾਂ ਦੇ ਪਾੜਾ ਪਾ ਕੇ ਜਿਹੜਾ ਸੀ ਉਹਨੇ ਸਿਕਿਉਰਿਟੀ ਲੈਣੀ ਲੈਣੀ ਜੀ। ਇਸ ਕਰਕੇ ਜਿਹੜੀ ਗੱਲ ਤੁਸੀਂ ਕਹਿੰਦੇ, ਤੁਹਾਡੀ ਗੱਲ ਬਿਲਕੁਲ ਠੀਕ ਆ। ਉਹ ਅਸੀਂ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਸਿਆਣਪ ਤੋਂ ਕੰਮ ਲਿਆ ਜਾਵੇ। ਅੱਜ ਦੀ ਡੇਟ ਦੇ ਵਿੱਚ ਵੇਖੋ 6 ਜੂਨ ਨੂੰ ਜਦੋਂ ਬੰਦ ਕੀਤਾ ਜਾਂਦਾ ਨਾ ਅੰਮ੍ਰਿਤਸਰ ਬੰਦ ਕਰਨ ਸਮੇਂ ਜਿਹੜਾ ਵਾ ਕੋਈ ਕਾਲ ਦਿੰਦਾ ਸੀ ਦਲ ਖਾਲਸਾ ਵਾਲੇ, ਕੋਈ ਜਾ ਕੇ ਜਬਰੀ ਬੰਦ ਨਹੀਂ ਕਰਾਉਂਦਾ। ਲੇਕਿਨ ਅੱਜ ਦੀ ਨੌਜਵਾਨ ਪੀੜ੍ਹੀ, ਭਾਵੇਂ ਉਹ ਹਿੰਦੂ ਆ, ਭਾਵੇਂ ਸਿੱਖ ਆ, ਭਾਵੇਂ ਮੁਸਲਮਾਨ, ਭਾਵੇਂ ਈਸਾਈ ਆ, ਉਹ ਸਾਰੇ ਮਹਿਸੂਸ ਕਰਦੇ ਭਾਵੇਂ ਜੋ ਮਰਜ਼ੀ ਸੀ ਦਰਬਾਰ ਸਾਹਿਬ ਤੇ ਅਟੈਕ ਗਲਤ ਹੋਇਆ, ਉਹ ਇਸ ਕਰਕੇ ਰੂਸ ਨੂੰ ਬੰਦ ਰੱਖਦੇ ਆ ਜੀ। ਇਹੋ ਜਿਹੇ ਸੂਰੀ ਵਰਗੇ ਫਿਰ ਵੀ ਉੱਥੇ ਡਾਂਸ ਕਰਦੇ ਫਿਰਦੇ ਹੋਣਗੇ। ਖੈਰ ਐਨੀਵੇ, ਬਿਲਕੁਲ ਉਦੋਂ ਵੀ ਹੈਗੇ ਉਹ ਵੀ। ਭੱਟੀ ਸਾਹਿਬ ਇੱਥੇ ਨਾ ਮਾਤਾ ਜੀ ਦੀ ਨੰਗਨ ਮੂਰਤੀ ਜਿਹੜੀ ਸੀ ਨਾ, ਜਿੱਦਾਂ ਆਪਾਂ ਵੈਸੇ ਤਾਂ ਉੱਥੇ ਇੰਡੀਆ ਦੇ ਜਿਹੜੇ ਬਣਾਉਣ ਵਾਲੇ ਨੇ ਉੱਦਾਂ ਰੱਖੀਆਂ ਹੁੰਦੀਆਂ ਨੇ, ਹਾਂਜੀ, ਸੜਕਾਂ ਦੇ ਆਲੇ ਦੁਆਲੇ ਰੱਖੀਆਂ ਹੁੰਦੀਆਂ ਨੇ ਬਣਾ ਕੇ। ਉੱਥੇ ਉਹੀ ਮੂਰਤੀ ਬੁੱਤ ਘਾੜੇ ਦੀ ਜਦੋਂ ਕਿਸੇ ਪਵਿੱਤਰ ਜਗ੍ਹਾ ਮੰਦਿਰ ਦੇ ਵਿੱਚ ਜਾਂ ਗੁਰਦੁਆਰੇ 'ਚ ਆ ਜਾਂਦੀ ਹੈ ਤਾਂ ਉਹਦੀ ਪੂਜਾ ਹੋ ਜਾਂਦੀ ਹੈ। ਜਦੋਂ ਉਹ ਬਣਾਉਂਦਾ, ਉਹ ਉੱਥੇ ਕਿਸ ਤਰੀਕੇ ਨਾਲ ਬਣਾਉਂਦਾ ਆਪਾਂ ਦੇਖਦੇ ਹਾਂ। ਇੱਥੇ ਅਖਬਾਰ ਨੇ ਵੈਸੇ ਹੀ ਛਾਪ ਦਿੱਤੀ, ਉਹਦਾ ਆਰਟੀਕਲ ਬੜਾ, ਮਤਲਬ ਮੈਂ ਭਲਿਆ ਵੇਲੇ ਦੀ ਗੱਲ ਕਰਦਾ ਵਾਂ। ਉਦੋਂ 3 ਰੇਡੀਓ ਸੀ ਸਿਰਫ ਸਾਡੇ ਸ਼ਹਿਰ ਦੇ ਵਿੱਚ। ਜਦੋਂ ਅਸੀਂ ਉਹ ਅਖਬਾਰ ਵੇਖੀ, ਉਦੋਂ ਅਖਬਾਰ ਦੀ ਬੜੀ ਕੀਮਤ ਹੁੰਦੀ ਸੀ। ਮਤਲਬ ਪਿਨ ਡ੍ਰੌਪ ਸਾਇਲੈਂਟ ਰੇਡੀਓ ਪਰ ਉਹਨੂੰ ਸੁਣਿਆ ਜਾਂਦਾ ਸੀ। ਕੋਈ ਸੋਸ਼ਲ ਨੈਟਵਰਕ ਨਹੀਂ, ਕੋਈ ਟੈਲੀਵਿਜ਼ਨ ਨਹੀਂ, ਮੁਕਾਬਲੇ 'ਤੇ ਕੋਈ ਰੇਡੀਓ ਨਹੀਂ। ਸਾਰਾ ਦਿਨ ਇੱਕ ਸਵੇਰੇ ਆ ਗਿਆ, ਸ਼ਾਮ ਨੂੰ ਆ ਗਿਆ, ਰਾਤ ਨੂੰ ਆ ਗਿਆ। ਅਸੀਂ ਉਦੋਂ ਵੀ ਠੋਕ ਕੇ ਕਦੀ ਕਿਸੇ ਬਿਜ਼ਨਸਮੈਨ ਕੋ ਵੱਧ ਨਹੀਂ ਲਿਆ। ਉਦੋਂ ਵੀ ਆਪਣੀ ਨੇਕ ਕਮਾਈ ਕੀਤੀ ਆ। ਕੋਈ ਪੰਡਤ ਹੋ ਗਏ, ਕੋਈ ਮਤਲਬ ਠੱਗਣ ਵਾਲੇ ਮਹਿਕਮੇ ਨੂੰ ਕਹਿ ਲਓ ਕਿ ਅਸੀਂ ਐਡਵਰਟਾਈਜ਼ਮੈਂਟ ਨਹੀਂ ਕੀਤੀ, ਹਾਂਜੀ। ਪਖੰਡੀ ਸਾਧਾਂ ਦੀ, ਪਖੰਡੀ ਬਾਬਿਆਂ ਦੀ, ਜਾਂ ਕਹਿ ਲਓ ਕਿ ਹੱਥਾਂ ਦੀਆਂ ਲਕੀਰਾਂ ਵੇਖਣ ਵਾਲੇ, ਜਿਨ੍ਹਾਂ ਨੂੰ ਆਪ ਨੂੰ ਨਹੀਂ ਪਤਾ ਕਿ ਬਾਹਰ ਨਿਕਲਦਿਆਂ ਸਾਡੇ ਨਾਲ ਕੀ ਹੋਣਾ, ਉਹਨਾਂ ਦੀ ਅਸੀਂ ਐਡਵਰਟਾਈਜ਼ਮੈਂਟ ਨਹੀਂ ਕੀਤੀ। ਸਾਡੇ ਆਪਣੇ ਕੁਝ ਕਾਇਦੇ ਕਾਨੂੰਨ ਰਹੇ ਨੇ। ਹੁਣ ਵੀ ਸਾਨੂੰ ਜਿਹੜੀ ਇੱਕ ਲੀਕਰ ਸਟੋਰ ਵਾਲੇ ਜਿਹੜੇ ਨੇ ਉਹ ਅਪਰੋਚ ਕਰ ਰਹੇ ਨੇ ਜੀ, ਤੁਹਾਡੇ ਜੇ ਟੈਲੀਵਿਜ਼ਨ 'ਤੇ ਅਸੀਂ ਐਡਵਰਟਾਈਜ਼ਮੈਂਟ, ਇੱਕ ਸਾਡੀ ਚੱਕ ਦੇ ਪਤਾ ਨਹੀਂ ਕੀ ਆ, ਇੱਦਾਂ ਦੀ ਕੋਈ ਆਈ ਆ ਡਰਿੰਕ ਆਈ ਆ, ਹਾਂਜੀ, ਅਤੇ ਉਹਦੀ ਵੱਖ-ਵੱਖ ਰੇਡੀਓ 'ਤੇ ਐਡਵਰਟਾਈਜ਼ਮੈਂਟ ਚੱਲਣੀ ਆ। ਸਾਨੂੰ ਵੀ ਉਹਨਾਂ ਨੇ ਅਪਰੋਚ ਕੀਤਾ। ਅਸੀਂ ਦੁਚਿੱਤੀ ਦੇ ਵਿੱਚ ਕੀ ਕਰੀਏ, ਹਾਂਜੀ। ਇੱਕ ਪਾਸੇ ਮਤਲਬ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਕਿ ਪ੍ਰੋਗਰਾਮ ਰਨ ਕਿਵੇਂ ਕਰਨਾ, ਕੰਟੀਨਿਊ ਕਰਨਾ। ਇੱਕ ਪਾਸੇ ਇਹੋ ਜਿਹੀਆਂ ਅਸੀਂ ਐਡਵਰਟਾਈਜ਼ਮੈਂਟ ਰਿਫਿਊਜ਼ ਕਰਦੇ ਰਹੇ। ਹੁਣ ਵੀ ਅਸੀਂ ਮਤਲਬ ਪਰਖ ਦੀ ਘੜੀ ਦੇ ਵਿੱਚ ਆ, ਹਾਂਜੀ। ਮੋਟੀ ਰਕਮ ਅਗਲੇ ਨੇ ਆਫਰ ਕੀਤੀ ਆ ਵੀ ਠੀਕ ਆ ਜੀ, ਸਪੋਟ ਦੇ ਹਿਸਾਬ ਨਾਲ ਲਾਓ ਤੁਸੀਂ। ਚਲੋ ਇਸ ਵੀ ਪਰਖ ਦੀ ਘੜੀ 'ਚ ਸਾਨੂੰ ਸਤਿਗੁਰੂ ਪਾਸ ਕਰੇ, ਪੈਸੇ ਦੀ ਕੋਈ ਗੱਲ ਨਹੀਂ। ਉਹ ਫੋਟੋ ਲੱਗੀ ਸੀ ਅਤੇ ਅਸੀਂ ਰੰਗਲਾ ਪੰਜਾਬ ਨੇ ਜਾ ਕੇ ਉਸ ਅਖਬਾਰ ਦੀਆਂ ਕਾਪੀਆਂ ਸਾੜੀਆਂ ਸੀ। ਸ਼ਾਇਦ ਕਿਤੇ ਫੋਟੋ ਵੀ ਲੱਭ ਜੇ ਸਾਡੇ ਕੋਲ ਹੋਊਗੀ ਕਿਤੇ। ਅਖਬਾਰ ਦੀਆਂ ਕਾਪੀਆਂ ਸਾੜੀਆਂ ਅਤੇ ਟੋਰਾਂਟੋ ਦੀ ਸਭ ਤੋਂ ਵੱਡੀ ਮੰਨੀ ਜਾਣ ਵਾਲੀ ਮੇਨ ਸਟ੍ਰੀਮ ਅਖਬਾਰ ਨੇ ਅਪੋਲੋਜਾਈਜ਼ ਮਾਫੀ ਮੰਗੀ ਸੀ ਵੀ ਤੁਸੀਂ ਇਸ ਹਾਲਤ 'ਚ ਕਿਉਂ ਮਾਤਾ ਜੀ ਦੀ ਫੋਟੋ ਛਾਪੀ ਹੈ, ਇਹਨੂੰ ਪਹਿਰਾਵਾ ਪਾਇਆ ਹੁੰਦਾ ਵਾ, ਇਹ ਜਿਹਨੇ ਬਣਾਤੀ ਤੁਸੀਂ ਚੱਕ ਕੇ ਲਿਆ ਕੇ। ਜੋ ਵੀ ਉਹਨੇ ਹਿੰਦੂ ਧਰਮ ਦੀ ਬੜੀ ਉਹਨੇ ਮਤਲਬ ਉਹਦੇ ਮਤਲਬ ਹੇਠੀ ਦੇ ਤੌਰ 'ਤੇ ਛਾਪੀ ਸੀ ਅਖਬਾਰ ਫੋਟੋ, ਹਾਂਜੀ। ਅਤੇ ਅਸੀਂ ਜਾ ਕੇ ਰੰਗਲਾ ਪੰਜਾਬ ਨੇ ਇਕੱਲੇ ਨੇ ਹੁੱਕਾ ਦਿੱਤਾ ਸੀ। ਲੋਕੀ ਸੂਹ ਹੋਣ ਤੋਂ ਡਰਦੇ ਸੀਗੇ ਅਤੇ ਅਸੀਂ ਹਿੰਦੂ ਭਾਈਚਾਰੇ ਦੇ ਨਾਲ ਖੜ੍ਹੇ ਅਤੇ ਜਾ ਕੇ ਕਾਪੀਆਂ ਸਾੜੀਆਂ ਸੀਗੀਆਂ। ਅਤੇ ਕਿੰਨੇ ਕੁ ਲੋਕ ਸੀ ਉੱਥੇ, ਜੇ ਮੈਨੂੰ ਪੁੱਛੋਗੇ ਤਾਂ ਫਿਰ ਗੱਲ ਬਹੁਤ ਦੂਰ ਤੱਕ ਜਾਂਦੀ। ਪਰ ਅਗਲੇ ਨੇ ਅਗਲੇ ਦਿਨ ਵਿੱਚ ਮਾਫੀ ਮੰਗੀ ਸੀਗੀ। ਨੈਕਸਟ ਡੇ ਮਾਫੀ ਮੰਗੀ ਸੀ ਕਿ ਗਲਤ ਹੋਇਆ ਜੀ। ਸੋ ਇਸ ਕਰਕੇ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਦੀ ਜਿਹੜੀ ਹੈ ਸਾਨੂੰ ਠੇਸ ਪਹੁੰਚਾਉਣ ਦਾ ਹੱਕ ਨਹੀਂ ਹੈ, ਚਾਹੇ ਅਸੀਂ ਕਿਸੇ ਵੀ
ਧਰਮ ਨਾਲ ਬਿਲੋਂਗ ਕਰਦੀ ਹੋਈ। ਗੁਰੂ ਸਾਹਿਬਾਨਾਂ ਨੇ ਤਾਂ ਸਾਨੂੰ ਕਿਸੇ ਕੋਈ ਧਰਮ ਦੀਆਂ ਜਿਹੜੀ ਹੋਲੀ ਬੁੱਕਸ ਨੇ ਨਾ, ਉਹ ਤਾਂ ਕਿਸੇ ਧਰਮ ਦੇ ਖਿਲਾਫ ਥੋੜ੍ਹੀ, ਇਹ ਤਾਂ ਸਾਡੇ ਆਪਣੇ ਬੰਦਿਆਂ ਨੇ ਜਿਹੜੀਆਂ ਨੇ ਆਪਣੀ ਚੌਧਰ ਦੀ ਖਾਤਰ ਜਿਹੜਾ ਹੈ ਪਾੜੇ ਪਾਏ ਹੋਏ ਨੇ। ਕੋਈ ਧਾਰਮਿਕ ਹੋਲੀ ਬੁੱਕ ਕਿਤੇ ਕਹਿੰਦੀ ਆ ਕਿਸੇ ਧਰਮ ਦੇ ਬਾਰੇ? ਪਤਾ ਨਹੀਂ ਸਾਡੇ ਇਹਨਾਂ ਲੋਕਾਂ ਨੂੰ ਕਿਉਂ ਪਾਗਲ ਹੋਏ ਫਿਰਦੇ ਨੇ ਇੱਕ ਦੂਜੇ ਦੀ, ਕਿਉਂ ਇਹਨਾਂ ਨੁਕਸਾਨ ਕਰਾਉਣ ਤੋਂ ਬਾਅਦ ਕਿਸ ਮੰਜ਼ਿਲ ਵੱਲ ਨੂੰ ਤੁਰੇ ਹੋਏ ਨੇ। ਖੈਰ ਆਖਰੀ ਕੁਐਸਚਨ ਹੈ, ਤੁਹਾਡਾ ਵੀ ਨਜ਼ਰੀਆ ਲੈ ਲਈਏ ਕਿ ਆਪਾਂ ਇਹ ਪੂਰਾ ਕਰਨੀ ਹੈ ਕਿ ਹੋਇਆ ਕੀ ਮੁੜ ਕੇ ਜੀ ਉਹਦੇ ਚ ਇਹ ਹੈ ਜੀ। ਹੁਣ ਜਦੋਂ ਇਹ ਚੁੱਕ ਕੇ ਲੈ ਗਏ ਤੇ ਜਿਹੜਾ ਥਾਣੇ ਦਾ SHO ਉੱਥੇ ਰਣਜੀਤ ਐਵਨਿਊ ਉਹ ਵੀ ਨਾਲ ਆਉਂਦਾ, ਬੀੜ ਚਕਾਉਣ ਵਾਲਾ ਚ ਵੀ ਸ਼ਾਮਲ ਹੈ। ਉਹਦੇ ਵਿੱਚ ਬੀਬੀ ਪਹਿਲਾਂ ਤੇ SGPC ਨੇ ਇੱਕ ਦਰਖਾਸਤ ਭੇਜੀ ਕਮਿਸ਼ਨਰ ਨੂੰ ਕਿ ਕਾਰਵਾਈ ਕੀਤੀ ਜਾਵੇ, ਤੇ ਕੱਲ ਬੀਬੀ ਕਿਰਨਜੋਤ ਕੌਰ ਆਪ ਜਾ ਕੇ ਕਮਿਸ਼ਨ ਨੂੰ ਮਿਲ ਕੇ ਦਰਖਾਸਤ ਦੇ ਕੇ ਆਈ ਹੈ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜਿੱਥੋਂ ਬੀੜ ਲੈ ਕੇ ਗਏ ਉਸ ਘਰ 'ਚ ਵਾਪਸ ਪਹੁੰਚਾਈ ਜਾਵੇ। ਤੇ ਜਿਹੜੇ SHO ਨੇ ਤੁਹਾਡਾ ਉਹਨਾਂ ਨੂੰ ਸਾਥ ਦਿੱਤਾ ਵਾ ਤੇ ਉਹਦੇ ਖਿਲਾਫ ਵੀ ਤੁਸੀਂ ਵਿਭਾਗੀ ਕਾਰਵਾਈ ਕੀਤੀ। ਮਤਲਬ ਪੁਲਿਸ ਵੀ ਸ਼ਾਮਲ, ਜੇ ਪੁਲਿਸ ਸ਼ਾਮਲ ਨਹੀਂ ਦੱਸੋ ਕਹਾਣੀ ਕੀ ਰਹਿੰਦੀ ਹੈ, ਕਿਹੜੇ ਪਾਸੇ ਕਰ ਜਾਂਦੀ ਹੈ ਜੀ। ਪੁਲਿਸ ਦਾ ਕੰਮ ਸ਼ਾਂਤੀ ਕਾਇਮ ਰੱਖਾ, ਉਸੇ ਵੇਲੇ ਫਰਜ਼ ਬਣਦਾ ਕਿ SGPC ਨੂੰ ਫੋਨ ਕਰਦਾ ਕਿ ਇਹ ਇੱਥੇ ਪ੍ਰੋਬਲਮ ਹੈ, ਤੁਸੀਂ ਆਪਣਾ ਕੋਈ ਨੁਮਾਇੰਦਾ ਭੇਜੋ, ਉਹ ਆ ਕੇ ਵੇਖੇ। ਲੇਕਿਨ ਉਹ ਭੇਜ ਕੀਤਾ ਹੀ ਨਹੀਂ ਉਹਨੇ, ਸਿੱਧਾ ਕਿ ਨਹੀਂ ਭੇਜੋ ਵੀਡ, ਤੁਸੀਂ ਨਹੀਂ ਰੱਖ ਸਕਦੇ ਆਪਣੇ ਘਰ। ਅੱਛਾ, ਪੰਜਾਬ ਪੁਲਿਸ ਜਿਸ ਤਰ੍ਹਾਂ ਦੀ ਸ਼ਾਂਤੀ ਕਾਇਮ ਰੱਖਦੀ ਹੈ, ਆਪਣਾ ਫਰਜ਼ ਨਿਭਾਉਂਦੀ ਆਈ ਹੈ, ਉਹ ਤਾਂ ਆਪਾਂ ਪਤਾ ਹੀ ਆ। ਹੁਣ ਉਹ ਕਹਿੰਦੇ ਆਲਮ ਵੀ ਤੁਰ ਗਿਆ ਤੇ KPS ਗਿੱਲ ਵੀ ਤੁਰ ਗਿਆ। ਸਿੱਧੂ ਬਾਰੇ ਕਹਿੰਦੇ ਪਤਾ ਨਹੀਂ ਜਿੰਦਾ ਹੈ ਜੀ ਕਿਤੇ, ਇੱਥੇ ਕੈਨੇਡਾ ਦੀਆਂ ਠੰਡੀਆਂ ਹਵਾਵਾਂ ਦੇ ਵਿੱਚ ਸਾਹ ਲੈਂਦਾ ਫਿਰਦਾ। ਅਫਵਾਹ ਹੀ ਹੈ, ਪਤਾ ਨਹੀਂ। ਪਰ ਉਹਦਾ ਤਾਂ ਫਿਰ ਉਹਨਾਂ ਨਾਲੋਂ ਵੀ ਬੁਰਾ ਹਾਲ ਆ ਨਾ, ਉਹ ਤਾਂ ਮਰਿਆ ਨਾਲੋਂ ਵੀ ਜ਼ਿਆਦਾ ਮਰਿਆ ਹੋਇਆ ਜੇ ਜਿੰਦਾ। ਤੇ ਹਾਂਜੀ ਕਿਤੇ ਸੁਣਦਾ ਦਿਖਦਾ ਹੋਵੇ ਤੇ ਮਾਫ ਕਰਨਾ ਬਈ, ਮਰਨ ਦੀ ਖੁਸ਼ੀ ਨਹੀਂ ਮਨਾ ਰਹੇ, ਪਰ ਜ਼ਿੰਦਗੀ ਦਾ ਤਾਂ ਮਜ਼ਾ ਉਹ ਆ ਨਾ ਵੀ ਤੈਨੂੰ ਇੱਕ ਪਹਿਚਾਣ ਦੇ ਕੇ ਰੱਬ ਨੇ ਭੇਜਿਆ ਸੀਗਾ, ਤੇ ਜਿਹੜਾ ਬੰਦਾ ਪਹਿਚਾਣ ਲੁਕੋ ਕੇ ਇਸ ਧਰਤੀ ਤੇ ਮਰਿਆ, ਆਪਣੇ ਆਪ ਨੂੰ ਸਾਬਤ ਕਰਕੇ ਤੁਰਿਆ ਫਿਰਦਾ, ਤਾਂ ਮਤਲਬ ਉਹ ਜ਼ਿੰਦਗੀ ਨਹੀਂ ਜੀ ਰਿਹਾ, ਉਹ ਇੱਕ ਸੰਤਾਪ ਭੋਗ ਰਿਹਾ। ਤੁਰ ਤਾਂ ਉਹ ਵੀ ਗਿਆ, ਤੁਰ ਉਹਨਾਂ ਨੇ ਵੀ ਜਾਣਾ, ਤੁਰ ਹੋਰਨਾਂ ਨੇ ਵੀ ਜਾਣਾ। ਉਹਦੀ ਗੱਲ ਆਪਾਂ ਚਲੋ ਬਾਅਦ 'ਚ ਕਰਾਂਗੇ, ਪਰ ਇੱਕ ਆਖਰੀ ਮੇਰਾ ਕੁਐਸਚਨ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ, ਜੋ ਚਰਚਾ ਦੇ ਵਿੱਚ ਹੈ। ਨਵਜੋਤ ਸਿੱਧੂ ਉਹਨਾਂ ਨੂੰ ਪਤਾ ਲੱਗਾ ਹੈ ਕਿ ਕੋਈ ਵੱਡਾ ਅਹੁਦਾ ਮਿਲਣ ਵਾਲਾ, ਖਾਸ ਤੌਰ 'ਤੇ ਜਿਹੜਾ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ। ਹੁਣ ਇਹ ਪਚਣਾ ਨਹੀਂ ਕਿਸੇ ਨੂੰ, ਨਾ ਤਾਂ ਉਹ ਉਪ ਮੁੱਖ ਮੰਤਰੀ ਤੋਂ ਪਹਿਲਾਂ ਕਰ ਚੁੱਕਾ ਹੈ ਤੇ ਉਹਨੇ ਲੈਣਾ ਨਹੀਂ। ਜੇ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਉਂਦੇ ਨੇ ਉਹਨੂੰ, ਤੁਹਾਨੂੰ ਲੱਗਦਾ ਹੈ ਕਿ ਬਾਕੀਆਂ ਨੂੰ ਜਿਹੜਾ ਹੈ ਇਹ ਸੌਖਾ ਲੱਗੇਗਾ, ਉਹਦਾ ਰਾਹ ਰੋਕਣ ਦੇ ਯਤਨ ਨਹੀਂ ਹੋਣਗੇ? ਜਿਹੜੀ ਗੱਲ ਤੁਸੀਂ ਕਰਦੇ ਹੋ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਨੂੰ ਇਹ ਦੱਸ ਦਿਓ ਕਿ ਸਿੱਧੂ ਨੇ ਉਹਦਾ ਮੰਗਿਆ ਕਿੱਥੇ? ਸਿੱਧੂ ਦੇ ਨਾਂ ਤੇ ਮੁੱਖ ਮੰਤਰੀ ਨੂੰ ਲਾਉਣ ਦੀ ਗੱਲ ਕੀਤੀ ਆ, ਉਹਨੇ ਸਿਰਫ ਏਜੰਡਾ ਦਿੱਤਾ ਵੀ ਇਹ ਚੀਜ਼ਾਂ ਹੈਗੀਆਂ, ਇਹ ਗਲਤ ਹੋ ਰਹੀਆਂ, ਨੂੰ ਠੀਕ ਕੀਤਾ ਜਾਵੇ। ਕੈਪਟਨ ਸਾਹਿਬ ਅੱਗੇ ਲੱਗਣ, ਸੀ ਪਿੱਛੇ ਲੱਗਾਂਗੇ ਉਹਨਾਂ ਨੂੰ। ਸਿੱਧੂ ਨੇ ਇਹ ਗੱਲ ਕਹੀ ਸੀ, ਉਹਨੂੰ ਉਹਦਾ ਫਰਜ਼ੀ ਭਰੋਸਾ ਦੇ ਰਹੇ ਨੇ, ਆਪ ਦੇ ਰਹੇ ਨੇ। ਕਿਉਂਕਿ ਕੈਪਟਨ ਸਾਹਿਬ ਜਦੋਂ ਕੱਲ ਸੋਨੀਆ ਨਾਲ ਗੱਲਬਾਤ ਕਰਕੇ ਆਏ ਤੇ ਉਹਨਾਂ ਜਿਹੜੇ ਲਫ਼ਜ਼ ਵਰਤਿਆ ਸੀਗਾ, ਉਹਨਾਂ ਨੂੰ ਪੁੱਛਿਆ ਵੀ ਕੋਈ ਸਿੱਧੂ ਬਾਰੇ ਗੱਲ ਹੋਈ, ਉਹਨੇ ਕਿਹਾ ਸੀ ਸਿੱਧੂ ਬਾਰੇ, ਸਿੱਧੂ ਸਾਹਿਬ ਬਾਰੇ ਮੈਨੂੰ ਨਾ ਪੁੱਛੋ, ਸਿੱਧੂ ਸਾਹਿਬ ਨੂੰ ਪੁੱਛੋ। ਸਾਹਿਬ ਇਹ ਤੁਸੀਂ ਆਪ ਸਮਝ ਲਓ ਕਿ ਜੀ ਜੀ, ਇਹ ਤੁਸੀਂ ਹੁਣ ਆਪ ਸਮਝ ਲਓ ਕਿ ਉਹਨਾਂ ਦਾ ਕੀ ਵਿਚਾਰ ਦੇ ਬਾਰੇ ਹੈਗਾ। ਸਿੱਧੂ ਜਿਹੜਾ ਵਾ, ਸਿੱਧੂ ਨੇ ਸਿਰਫ ਅੱਜ ਵੀ ਉਹ ਗੱਲ ਕਹਿੰਦਾ ਕਿ ਮੇਰੇ ਪਿੱਛੇ ਅੱਗੇ ਨਹੀਂ, ਪਿੱਛੇ ਲੱਗਣ ਲਈ ਤਿਆਰ ਆ। ਮੈਂ ਕਹਿੰਦਾ ਜੇ ਪੰਜਾਬ ਨੂੰ ਬਚਾਉਣਾ ਤੇ ਆਪਾਂ ਨੂੰ ਇਹ ਸੁਧਾਰ ਕਰਨੇ ਪੈਣਗੇ, ਇਹ ਕੰਮ ਕਰਨੇ ਪੈਣਗੇ। ਕਿਉਂ ਨਹੀਂ ਅਸੀਂ ਕਰਦੇ? ਉਹਦੀ ਘਰਵਾਲੀ ਕਹਿੰਦੀ ਆ ਵੀ ਮੇਰੇ ਆਦਮੀ ਨੇ ਵੇਖੋ ਪੰਜਾਬ ਦੀ ਖਾਤਰ ਆਪਣੀ 30 ਕਰੋੜ ਦੀ ਸਾਲ ਦੀ ਆਮਦਨ ਛੱਡੀ ਆ। ਅੱਜ ਸਾਡੇ ਕੋਲ ਉਹ ਪੈਸੇ ਨਹੀਂ ਗਏ, ਸਾਡੇ ਕੋਲ ਪਹਿਲਾਂ ਹੈਗੇ ਸੀ। ਅਸੀਂ ਲੋਕਾਂ ਦੀ ਮਦਦ ਵੀ ਕਰਦੇ ਆ। ਕਰੋਨਾ ਪੀੜ ਵਿੱਚ ਆਪਣੇ ਹਲਕੇ ਦੇ ਵਿੱਚ ਅਸੀਂ 8 ਮਹੀਨੇ ਲੋਕਾਂ ਨੂੰ ਫ੍ਰੀ ਰਾਸ਼ਨ ਦਿੱਤਾ। ਉਹ ਕਹਿੰਦੀ ਇਸ ਕਰਕੇ ਮੇਰਾ ਕਹਿਣ ਤੋਂ ਬਾਅਦ ਵੀ ਜਿਹੜਾ ਸਿੱਧੂ ਨੇ ਏਜੰਡਾ ਦਿੱਤਾ ਉਹਨਾਂ ਨੂੰ ਕਿ ਆਹ ਲਾਗੂ ਕਰ ਦੇ, ਪੰਜਾਬ ਸੁਖੀ ਹੋ ਜਾਊਗਾ, ਪੰਜਾਬ ਖੁਸ਼ਹਾਲ ਹੋ ਜਾਊਗਾ, ਤੁਹਾਨੂੰ ਕਿਤੋਂ ਕੁਛ ਲੈਣ ਦੀ ਲੋੜ ਨਹੀਂ ਹੈਗੀ, ਤੁਹਾਡੇ ਕਰਜ਼ੇ ਵੀ ਲੈ ਜਾਣਗੇ, ਸਭ ਕੁਛ ਹੋ ਜਾਊਗਾ। ਲੇਕਿਨ ਕੈਪਟਨ ਸਾਹਿਬ ਦੀ ਮਜਬੂਰੀ ਇਹ ਆ, ਹੁਣ ਆਪਾਂ ਸੱਚੀ ਗੱਲ ਕਰ ਦਿੰਦੇ ਹਾਂ,
ਕੈਪਟਨ ਸਾਹਿਬ ਇੱਕ ਵਾਟਰ ਜਿਹੜਾ ਲੈ ਕੇ ਆਏ ਸੀ, ਵਾਟਰ ਡੋਨੇਸ਼ਨ ਐਕਟ ਲੈ ਕੇ ਆਏ ਸੀ। ਤੁਹਾਨੂੰ ਪਤਾ ਉਦੋਂ ਕੇਂਦਰੀ ਏਜੰਸੀਆਂ ਨੇ ਬੜਾ ਕੌੜ ਮਹਿਸੂਸ ਕੀਤਾ। ਜੇ ਤੁਸੀਂ ਪੰਜਾਬ ਦੀ ਮੁੱਖ ਮੰਤਰੀਸ਼ਿਪ ਕਰਨੀ ਹੈ ਤੁਹਾਨੂੰ ਕੇਂਦਰ ਦੇ ਆਖੇ ਲੱਗਣਾ ਪਊ। ਐਤਕੀ ਕੈਪਟਨ ਨੇ ਆਪਣੀ ਕੁਰਸੀ ਬਰਕਰਾਰ ਰੱਖਣ ਦੇ ਖਾਤਰ ਕਰਕੇ ਜਿਹੜੇ ਬਿਆਨ ਮੋਦੀ ਨੂੰ ਦੇਣੇ ਚਾਹੀਦੇ ਸੀ ਉਦੋਂ ਵੱਧ ਕੇ ਬਿਆਨ ਦਿੱਤੇ। ਬਿਲਕੁਲ ਬਿਲਕੁਲ। ਕਰਤਾਰਪੁਰ ਲਾਂਘੇ ਦੇ ਉੱਤੇ ਬੀਬੀ ਹਰਸਿਮਰਤ ਕੌਰ ਨੇ ਤੇ ਕੈਪਟਨ ਨੇ ਦੋਵਾਂ ਨੇ ਰਲ ਕੇ ਪੂਰੀ ਤਸੱਲੀ ਕਰਾਈ ਇੱਕ ਫਰਕ ਸਿੱਧੇ ਰੂਪ ਨਹੀਂ ਕੀਤਾ ਤੇ ਅਸਿੱਧੇ ਵਿੱਚ ਜ਼ਰੂਰ ਵਿਰੋਧ ਕੀਤਾ ਤੇ ਅਸੀਂ ਮੋਦੀ ਦੇ ਭਗਤ ਹਾਂ। ਉਹ ਵੱਖਰੀ ਗੱਲ ਆ। ਸਿੱਧੂ ਨੂੰ ਕਿਹਾ ਜੀ ਮੈਂ ਕੁਛ ਨਹੀਂ ਕੀਤਾ, ਇਹ ਗੁਰੂ ਨਾਨਕ ਪਾਤਸ਼ਾਹ ਨੇ ਆਪ ਕੀਤਾ, ਲੰਘਾ ਖਲਾਇਆ, ਮੈਂ ਤੇ ਇੱਕ ਡਾਕੀਆ ਸੀਗਾ ਬਸ। ਉਧਰੋਂ ਡਾਕੀਆ ਸ਼ੇਰ ਲੈ ਕੇ ਰੱਖ ਦਿੱਤਾ ਜੀ ਜੀ ਜੀ, ਮੈਂ ਹੋਰ ਕਿਸੇ ਨਹੀਂ ਕੀਤੀ। ਸਿੱਧੂ ਅੱਜ ਦੀ ਗੱਲਾਂ ਦਾ ਕੈਪਟਨ ਸਾਹਿਬ ਤੁਸੀਂ ਸਤਿਕਾਰਯੋਗ ਹੋ, ਜਿਹੜਾ ਅਜੰਡਾ ਤੁਹਾਨੂੰ ਮੈਂ ਦਿੱਤਾ ਉਹਨੂੰ ਇੰਪਲੀਮੈਂਟ ਕਰ ਦਿਓ, ਪੰਜਾਬ ਦਾ ਵੀ ਭਲਾ ਹੋ ਜਾਏ, ਮੈਂ ਪਿੱਛੇ ਲੱਗਣ ਨੂੰ ਕਿਹਾ ਕਰਦੇ। ਜੀ ਜੀ। ਲੇਕਿਨ ਕੇਂਦਰ ਨੇ ਮਹਿਸੂਸ ਕਰਦੀ ਹੈ ਕਿ ਇਸ ਵੇਲੇ ਜੇ ਅਸੀਂ ਕਿਤੇ ਜੇ ਚੋਣ ਜਿੱਤਣੀ ਹੈ ਤੇ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਉਣ ਨੂੰ। ਕੱਲ ਤੁਸੀਂ ਵੇਖੋ ਰਵਨੀਤ ਬਿੱਟੂ ਜਿਹੜਾ ਕਹਿੰਦਾ ਸੀ ਨਾ ਇਹ ਤਾਂ ਕਿਸੇ ਸੂਰਤ ਹੋ ਹੀ ਨਹੀਂ ਸਕਦਾ ਸਿੱਧੂ ਨੂੰ ਪ੍ਰਧਾਨ ਨਹੀਂ ਮਿਲ ਜੇ, ਕੱਲ ਉਹਨੇ ਕਹਿਤਾ ਨਹੀਂ ਜੀ ਵੇਖੋ ਹਾਈ ਕਮਾਂਡ ਦਾ ਹੁਕਮ ਮੰਨਣਾ ਪਏਗਾ ਸਾਨੂੰ ਸਾਰਿਆਂ ਨੂੰ, ਇਕੱਠੇ ਮੰਨਣਾ ਪਏਗਾ ਸਾਨੂੰ। ਕਿਆ ਬਾਤ ਹੈ। ਪਤਾ ਨਾ ਅਗਲਾ ਗੀਰੀਆਂ ਖੇਡੂਗਾ। 2 ਕਾਲਾਂ ਇਕੱਠੀਆਂ ਲੈਣ ਲੱਗਾ ਜੀ ਮੈਂ, ਤੇ ਮਿੰਟ ਸਾਡੇ ਕੋਲ 3-4 ਹੀ ਹੋਣਗੇ ਕਿਉਂਕਿ ਸਵੇਰੇ 7 ਵਜੇ ਫੇਰ ਆਪਾਂ ਉੱਠ ਕੇ ਸ਼ੋਅ ਕਰਨਾ ਹੈ ਤੇ ਕਰਦੇ ਹਾਂ ਕਤਰ ਦੇ ਅੱਧਾ ਘੰਟਾ ਤਾਂ ਸਾਨੂੰ ਹੋਰ ਵੀ ਚਾਹੀਦਾ ਸੌਣ ਲਈ। ਵੈਲਕਮ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਗਲੇ ਕਾਲਰ ਦਾ ਵੀ ਸਵਾਗਤ ਕਰਦੇ ਹਾਂ। ਵੈਲਕਮ ਜੀ। ਹਾਂਜੀ, ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਹੈ ਬਈ ਜਿਹੜੀ ਤੁਸੀਂ ਅਖਬਾਰ ਦੀਆਂ ਕਾਪੀਆਂ ਸਾੜੀਆਂ ਬਿਲਕੁਲ ਠੀਕ ਕੀਤਾ। ਇਹ ਗੱਲ ਇਨਸਾਫ ਦਾ ਤਕਾਜ਼ਾ ਇਹੀ ਸੀ ਜੀ। ਇੱਕ ਸ਼ਾਬਾਸ਼ ਤੁਹਾਡੇ। ਇੱਕ ਨੰਬਰ 2 ਦਰਬਾਰ ਸਾਹਿਬ ਤੇ ਹਮਲਾ ਕਰਨੋਂ ਗੁਰੇਜ਼ ਕੀਤਾ ਜਾ ਸਕਦਾ ਸੀ, ਪਰ ਜਿਹੜਾ ਇੰਦਰਾ ਗਾਂਧੀ ਨੂੰ ਇਹਨੇ ਅਡਵਾਨੀ ਨੇ ਜਾਂ ਉਦੋਂ ਦੀ ਜਨਸੰਘ ਨੇ ਉਹ ਜਿਹੜੀ ਪਾਣ ਚਾੜੀ ਸੀ ਉਹ ਡਰਦੀ ਨੇ ਉਹ ਕਰ ਹੀ ਦਿੱਤਾ। ਉਹ ਬੜਾ ਮਾੜਾ ਕੰਮ ਕੀਤਾ। ਉਹਦੀ ਨਿਖੇਧੀ ਬਹੁਤ ਦੂਰ ਤੱਕ ਹੋਈ, ਉਹਦਾ ਖਮਿਆਜ਼ਾ ਵੀ ਭੁਗਤਣਾ ਪਿਆ। ਤੇ ਬਾਕੀ ਇਜ਼ਹਾਰ ਆਲਮ ਬਾਰੇ ਜਿਹਨੇ ਦੱਬ ਕੇ ਜ਼ੁਲਮ ਕੀਤਾ, ਬਾਦਲਾਂ ਨੇ ਆਪਣੀ ਕੁਰਸੀ ਦੀ ਖਾਤਰ ਆਪਦੀਆਂ ਵੋਟਾਂ ਦੀ ਖਾਤਰ ਹੀ ਬਹੁਤ ਕੁਛ ਕੀਤਾ, ਬੇਅਦਬੀ ਵੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ, ਤੇ ਉਸ ਦੀ ਪੜਤਾਲ ਵੀ ਨਹੀਂ ਹੋਣ ਦਿੱਤੀ, ਅੱਜ ਵੀ ਨਹੀਂ ਹੋਣ ਦਿੱਤੀ ਜਾ ਰਹੀ। ਔਰ ਜੱਜ ਕੋਲੋਂ ਵੀ ਲਿਖਵਾ ਲਿਆ ਬਈ ਇਹ ਫ੍ਰੀ ਹੈ, ਇਹਨਾਂ ਨੂੰ ਉਹ ਕੀ ਇਹਦਾ ਨਾ, ਮੇਰੇ ਕਹਿਣ ਦਾ ਮਤਲਬ ਕਲੀਨ ਚਿੱਟ ਦੇ ਸੀ। ਤੇ ਉਹ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਜ਼ਰੂਰਤ ਹੈ ਕਿ ਸਟੈਨ ਸਵਾਮੀ ਜਿਹਦੇ ਕਿ ਚਰਚ ਦੇ ਵਿੱਚ ਲਾਸਟ ਰਾਈਟਸ ਹੋ ਰਹੇ ਸੀਗੇ, ਰਾਈਟਸ ਮੇਰੇ ਕਹਿਣ ਦਾ ਮਤਲਬ ਜਿਹੜੇ ਆਪਣੀ ਉਹ ਜਿਹੜੀ ਉਹਨਾਂ ਦੀਆਂ ਰਸਮਾਂ ਹੋ ਰਹੀਆਂ ਸੀ, ਤੇ ਉਹਦੇ ਵਿੱਚ ਮੈਨੂੰ ਇੱਕ ਵੀ ਦਸਤਾਰ ਵਾਲਾ ਨਹੀਂ ਦੱਸਿਆ। ਸਿੱਖ ਕੌਮ ਤਾਂ ਹਮੇਸ਼ਾ ਉੱਥੇ ਹੀ ਖੜਦੀ ਹੈ ਕਿ ਜਿਹੜੇ ਲੋਕ ਜ਼ੁਲਮ ਦਾ ਟਾਕਰਾ ਕਰਦੇ ਆ ਉਹਨਾਂ ਦੇ ਨਾਲ ਹੁੰਦੇ ਨੇ ਇਹ। ਔਰ ਵਾਜਪਾਈ ਹੋਣਾ ਨੇ ਉਹ ਇਸ ਨੂੰ ਇੰਦਰਾ ਨੂੰ ਉਦੋਂ ਦੁਰਗਾ ਦਾ ਖਿਤਾਬ ਦਿੱਤਾ ਸੀ, ਪਾਰਲੀਮੈਂਟ ਗਵਾਹ ਹੈ ਉੱਥੇ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਕੁਝ ਸਹੀ ਹੋ ਗਿਆ। ਮੈਂ ਗੋਲ ਮੋਲ ਕਰਤੀ ਜਲਦੀ ਗੱਲ ਕਿਉਂਕਿ ਟਾਈਮ ਥੋੜਾ ਜੀ। ਮਿਹਰਬਾਨੀ, ਤੁਸੀਂ ਪਹਿਲਾਂ ਕਰ ਲਿਆ ਕਰੋ ਜੀ। ਥੈਂਕ ਯੂ ਵੈਰੀ ਮਚ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਟਿਆਲਾ ਸਾਹਿਬ, ਤੁਹਾਡਾ ਕੋਈ ਨਜ਼ਰੀਆ ਜਾਣਨਾ ਚਾਹੁੰਦੇ ਸੀ? ਉਹ ਮੇਰਾ ਨਜ਼ਰੀਆ ਇਹ ਹੈ ਵੀ ਜਿਹੜੀ ਇਹ ਗੱਲ ਕੀਤੀ ਇਹਨਾਂ ਨੇ ਵੀ ਸਟੇਨ ਸਵਾਮੀ ਦੀ, ਤੁਹਾਨੂੰ ਇਸ ਗੱਲ ਦਾ ਪਤਾ ਹੈ ਗਿਆ ਉਹਦੀ ਸਪੋਰਟ ਤਰਕਸ਼ੀਲ ਤੇ ਕਰ ਰਹੇ ਆਮ ਤੌਰ ਤੇ ਕਾਮਰੇਡ। ਕੱਲ ਅੰਮ੍ਰਿਤਸਰ ਜਿੱਦੇ ਪ੍ਰੈਸ ਨੋਟ ਆਏ ਉਹ ਕਾਮਰੇਡ ਨਾ ਤਰਕਸ਼ੀਲ ਨਾ ਸਾਡੇ ਕਿਸੇ ਬੰਦੇ ਦਾ ਪ੍ਰੈਸ ਨੋਟ ਹੈ, ਕਿਸੇ ਪੰਥੀ ਜਿੱਥੇ ਕੋਈ ਪ੍ਰੈਸ ਨੋਟ ਹੈ। ਤੇ ਤੁਹਾਨੂੰ ਪਤਾ ਆਮ ਤੌਰ ਤੇ ਜਿਹੜੇ ਕਾਮਰੇਡ ਹੁੰਦੇ ਆ ਉਹ ਭੁੰਨੇ ਮੁੰਨੇ ਹੁੰਦੇ ਆ, ਦਸਤਾਰ ਘੱਟ ਹੀ ਸਜਾਉਂਦੇ। ਇਸ ਕਰਕੇ ਤੁਸੀਂ ਇਹ ਮਤ ਸੋਚੋ ਕਿ ਉੱਤੇ ਕੋਈ ਦਸਤਾਰ ਵਾਲਾ ਨਹੀਂ ਸੀਗਾ, ਲੇਕਿਨ ਦਸਤਾਰ ਨੂੰ ਮੰਨਣ ਵਾਲਾ ਜ਼ਰੂਰ ਉੱਥੇ ਕੋਈ ਨਾ ਕੋਈ ਹੋਊਗਾ ਜਿਹਦੇ ਵੱਡ ਵਡੇਰੇ ਜਿਹੜੇ ਸਿੱਖ ਹੋਣਗੇ ਕੋਈ ਨਾ ਕੋਈ। ਦੂਸਰੀ ਚੀਜ਼ ਜਿਹਦੀ ਸਟੇਨ ਸਵਾਮੀ ਦੀ ਗੱਲ ਕੀਤੀ, ਉਹ ਯਹੂਦੀ ਪਾਦਰੀ ਜਿਹੜਾ ਸੀ ਉਹ ਬੰਦਾ ਜਿਹੜਾ ਸੀ ਬੜਾ ਗੁੱਡ ਬੰਦਾ ਸੀ, ਬਹੁਤ ਵਧੀਆ ਬੰਦਾ ਸੀ। ਸਿਰਫ ਉਹਨੂੰ ਫਸਾਇਆ ਗਿਆ, ਉਹਨੂੰ ਮਰਵਾਇਆ ਗਿਆ। ਹੁਣ ਇਹਨਾਂ ਨੂੰ ਜਵਾਬ ਦੇਣਾ ਪੜਾ ਇੰਟਰਨੈਸ਼ਨਲ ਦੇ ਉੱਤੇ ਮੌਤ ਕਿਉਂ ਹੋਈ? ਪੁੱਛ ਲਿਆ ਜੀ ਅਗਲਿਆਂ ਨੇ ਪੁੱਛ ਲਿਆ ਜੀ।
ਅੰਤਰਰਾਸ਼ਟਰੀ ਪੱਧਰ ਤੇ ਗੱਲ ਜੀ, ਜੀ। ਉੱਭਰਨੀ ਆ, ਉੱਠਣੀ ਆ, ਬਹੁਤ ਕੁਝ ਹੋਣਾ ਆ। ਤੁਸੀਂ ਦੇਖਿਓ ਅਜੇ ਦੇਸ਼ ਵਿਦੇਸ਼ ਦਾ ਮੀਡੀਆ ਜਿਹੜਾ ਉਸਨੂੰ ਉਹ ਦੇਖਿਓ, ਵਾਚ ਕਰਿਓ ਤੁਸੀਂ ਕਿਵੇਂ ਲੈਂਦਾ। ਚਲੋ ਮਿਲਦੇ ਆ ਸਵੇਰੇ ਪੱਟੀ ਸਾਹਿਬ। ਜੀ, ਜੀ। ਥੈਂਕ ਯੂ ਵੈਰੀ ਮੱਚ। ਭੁੱਲਾਂ ਚੁੱਕਾਂ ਦੀ ਮਾਫੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।